जी मलिक साहब की हाल जी। अस्सलाम वालेकुम रहमतुल्लाह। वालेकुम अस्सलाम। ਤੁਸੀਂ ਤਾਂ ਮੈਨੂੰ ਲੱਗਦਾ ਕਿਤੇ ਸੁਣਦੇ ਵੀ ਨਹੀਂ ਤੇ ਟਿਕਟੋਕ ਤੇ ਰਹਿੰਦੇ मैं ਸਾਰੀ नहीं, मैं तो उन्नी सुतिया ही उठिया मैं, यकीन करो। ਬੱਲੇ ਛਾਗੇ ਜੀ। लेकिन मेरा कोई खास पक्का टाइम नहीं होता सुनदा ज़्यादा खाना। ਅੱਛਾ दफ्तर का काम ऐसा है ना कि ਉਹਦੇ ਵਿੱਚ ਕੋਈ ਪਤਾ ਨਹੀਂ ਲੱਗਦਾ ਕਿਸ ਟਾਈਮ ਤੇ ਤੁਸੀਂ ਕੀ ਕੰਮ ਕਰਨਾ ਹੈ। ਸਹੀ। ਕਦੀ ਕੋਈ ਤਾਰਫ ਤੁਰਫ ਨਹੀਂ ਹੋਇਆ ਮਲਿਕ ਸਾਹਿਬ ਤੁਹਾਡੇ ਨਾਲ ਨਾ, ਖਾਸ ਤੌਰ ਤੇ ਲਾਈਵਾਂ ਦੇ ਮੈਂ ਕੀ ਕਰਦੇ ਹੋ ਪਿੰਡੀ ਤੁਸੀਂ? ਪਿੰਡੀ ਇਸਲਾਮਾਬਾਦ ਦਾ ਰਹਿਣ ਵਾਲਾ ਵਾਂ ਅੱਛਾ ਅੱਛਾ ਤੇ 2012 ਵਿੱਚ ਮੈਂ ਅਮਰੀਕਾ ਆ ਗਿਆ ਸੀ ਸਹੀ ਤੇ ਪਾਕਿਸਤਾਨ ਮੈਂ ਸਰਕਾਰੀ ਨੌਕਰੀ ਕਰਦਾ ਸੀ ਠੀਕ FIA ਦੇ ਵਿੱਚ। ਮਾਸ਼ਾਅੱਲਾ। ਫਿਰ ਇਹਦਾ ਮੈਂ ਤੁਸੀਂ ਨੌਕਰੀ ਕੀਤੀ। ਕਰੰਟ ਕਢਾ ਸਕਦੇ ਜੇ ਬੰਦੇ ਦੇ। ਨਹੀਂ ਹੁਣ ਤਾਂ ਕਾਫੀ ਅਰਸਾ ਹੋ ਗਿਆ। ਹੂੰ ਕੁਝ ਅਰਸਾ ਮੈਂ FIA ਦੇ ਵਿੱਚ ਕੀਤੀ, ਕੁਝ ਅਰਸਾ PM ਸੈਕਟਰੀਏਟ ਵਿੱਚ ਕੀਤੀ, ਫਿਰ ਇੱਥੇ ਆ ਗਿਆ 2012 ਚ। 2012 ਚ ਜਦੋਂ ਇੱਥੇ ਆਇਆ ਥੋੜਾ ਸਾ ਮੇਰੇ ਮਜ਼ਦੂਰੀਆਂ ਕੀਤੀਆਂ, ਟੈਕਸੀ ਟੁਕਸੀ ਚਲਾਈ, ਇਹ ਉਹ ਤੇ ਨਾਲ ਪੜ੍ਹਦਾ ਰਿਹਾ। ਹੂੰ ਤੇ ਉਸ ਤੋਂ ਬਾਅਦ ਮੈਂ ਆਪਣਾ ਮਾਸਟਰਸ ਕੰਪਲੀਟ ਕੀਤਾ ਤੇ ਹੁਣ ਮੈਂ ਜੌਬ ਕਰਦਾ ਵਾਂ ਸਟੇਟ ਦੇ ਨਾਲ, ਹੈਲਥ ਡਿਪਾਰਟਮੈਂਟ ਵਿੱਚ। ਚਲੋ ਪੜ੍ਹੇ ਲਿਖੇ ਆਦਮੀ ਜਿਹੜੇ ਬਸ ਉਹ ਅਸੀਂ ਬੰਦੇ ਐਵੇਂ ਅੱਛੇ ਸੁਣਦੇ ਮਿਲ ਹਾਂ, ਗਏ, ਮਤਲਬ ਸਾਹਿਬ ਨੂੰ ਕੋਈ ਪਤਾ ਨਹੀਂ ਹੈ। ਬੰਦੇ ਅੱਛੇ ਮਿਲ ਗਏ, ਉਹਨਾਂ ਨੇ ਅੱਛੀ ਗਾਈਡਲਾਈਨ ਦੇ। ਤੁਸੀਂ ਬਾਹਰ ਆਉਂਦੇ ਹੋ ਨਾ, ਤੁਹਾਨੂੰ ਕੋਈ ਸਹੀ ਬੰਦਾ ਮਿਲ ਜਾਣਾ ਜਿਹੜਾ ਤੁਹਾਨੂੰ ਸਹੀ ਰਾਹ ਪਕੜਾ ਦੇਵੇ, ਫਿਰ ਤੁਸੀਂ ਜੀ ਜੀ ਕਾਮਯਾਬ ਹੋ ਜਾਂਦੇ ਹੋ। ਮੈਨੂੰ ਇੱਕ ਬੰਦੇ ਨੇ ਕਿਹਾ ਸੀ ਇਹ AC ਔਰ ਹੀਟਿੰਗ ਦਾ ਕੋਰਸ ਕਰ ਲੈ। ਅੱਛਾ ਮੈਂ ਅੱਛਾ ਉਹ ਕੋਰਸ ਕਰਨ ਗਿਆ, ਹੀਟਿੰਗ ਔਰ AC ਦਾ ਕੋਰਸ ਕਰ ਲਵਾਂ, ਤੇ ਨਾਲ ਹੀ ਉੱਥੇ IT ਦਾ ਕੋਰਸ ਵੀ ਚੱਲ ਰਿਹਾ ਸੀ। ਮੈਂ ਮਾਸ਼ਾਅੱਲਾ। ਕਿਹਾ ਯਾਰ AC ਤੇ ਮੇਰੀ ਐਜੂਕੇਸ਼ਨ ਆਲਰੇਡੀ ਹੈ ਤੇ ਮੈਂ ਇਹ ਵੀ ਕਰ ਸਕਦਾ। ਉਹਨਾਂ ਨੇ ਕਹਾ ਜੀ ਫ੍ਰੀ ਕਰ ਸਕਦੇ ਹੋ, ਮੁਫਤ। ਸਹੀ ਤੇ ਮੈਂ 1.5 ਸਾਲ ਦੇ ਵਿੱਚ ਕੰਪਲੀਟ ਕਰ ਲਿੱਤਾ। ਠੀਕ। ਮਤਲਬ ਸਹੀ ਨਾ ਉਹ ਆਦਮੀ ਬੜਾ ਸੀ। ਉਹ ਬੜਾ ਮੁਸ਼ਕਿਲ ਨਹੀਂ ਹੈ। ਇੱਥੇ ਤਾਂ ਆਸਾਨ ਹੈ ਪੜ੍ਹਾਈ। ਅਮਰੀਕਾ ਦੀ ਪੜ੍ਹਾਈ ਔਰ ਪਾਕਿਸਤਾਨ ਦੀ ਪੜ੍ਹਾਈ ਬੜਾ ਫਰਕ ਹੈ। ਇਹ ਤੁਹਾਨੂੰ ਡਿਗਰੀ ਦੇ ਦਿੰਦੇ ਨੇ ਹਰ ਸੂਰਤ। ਇਹ ਯੂਸਫੀ ਸਾਹਿਬ ਮੇਰੇ ਪੜੋਸੀ ਨੇ, ਇਹਨਾਂ ਨੂੰ ਮੈਂ ਕਿਹਾ ਤੁਸੀਂ ਵੀ ਕੋਈ ਕੋਰਸ ਕਰੋ। ਇਹ ਕਹਿੰਦੇ ਨੇ ਮੈਂ ਬਿਜ਼ਨਸ ਕਰਨਾ ਹੈ, ਤੇ ਇਹ ਆਪਣਾ ਬਿਜ਼ਨਸ ਕਰ ਰਹੇ ਨੇ ਤੇ ਚੋਖੇ ਪੈਸੇ ਕਮਾਉਂਦੇ ਨੇ। ਤੇ ਤੁਹਾਨੂੰ ਮਲਿਕ ਸਾਹਿਬ ਐਡੀ ਅੱਛੀ ਜੌਬ ਸੀ FIA ਦੀ, ਤੇ ਪ੍ਰਾਈਮ ਮਿਨਿਸਟਰ ਹਾਊਸ ਵਿੱਚ ਤੁਸੀਂ ਸੈਕਟਰੀ ਸੀ, ਤੇ ਇਹ ਬਾਹਰ ਆਉਣ ਦੀ ਕਿਉਂ ਜ਼ਰੂਰਤ ਆ ਜੀ? ਮਤਲਬ ਕਿ ਅਸੀਂ ਤੇ ਚਲੋ ਵੀ, ਮੈਨੂੰ ਵੀ ਖੈਰ ਕੋਈ ਜ਼ਰੂਰਤ ਨਹੀਂ ਸੀ ਹੈ। ਮੈਂ ਮਾਂ ਪਿਓ ਦਾ ਨਾ ਇਕੱਲਾ ਬੇਟਾ ਸੀ। ਬਾਹਰ ਆਉਣ ਦੀ ਜ਼ਰੂਰਤ ਇਸ ਤਰ੍ਹਾਂ ਹੋਈ ਕਿ ਮੇਰੀ ਜਿਹੜੀ ਵਾਈਫ ਸੀ ਨਾ, ਜੀ ਜੀ ਉਹਨੂੰ ਬੜਾ ਸ਼ੌਕ ਸੀ ਕਿ ਮੇਰਾ ਇੱਕ ਬੇਟਾ ਹੋਇਆ ਨਾ ਉਸ ਟਾਈਮ 2010 ਵਿੱਚ, ਹੂੰ 10 ਦੀ ਜਨਵਰੀ ਨੂੰ। ਹਾਂ, ਮੇਰਾ ਜਿਹੜਾ ਬੜਾ ਬੇਟਾ ਹੈ, ਮੇਰੀ ਵਾਈਫ ਕਹਿੰਦੀ ਨਹੀਂ ਮੈਨੂੰ ਉਹ ਬੱਚੇ ਬੜੇ ਅੱਛੇ ਲੱਗਦੇ ਨੇ ਜਿਹੜੇ ਅਮਰੀਕਨ ਐਕਸੈਂਟ ਵਿੱਚ ਇੰਗਲਿਸ਼ ਬੋਲਦੇ ਨੇ, ਇਹ ਉਹ। ਤੇ ਮੇਰੀ ਵਾਈਫ ਦੀ ਇੱਥੇ ਫੈਮਿਲੀ ਵੀ ਇੱਥੇ ਸੀ, ਮੇਰੀ ਵੀ ਕਾਫੀ ਸੀ ਲੇਕਿਨ ਵਾਈਫ ਦੀ ਜ਼ਿਆਦਾ ਸੀ। ਕਹਿੰਦੀ 4 ਸਾਲ ਅਸੀਂ ਨਾ ਚਲਦੇ ਹਾਂ ਅਮਰੀਕਾ, ਫਿਰ ਵਾਪਸ ਆ ਜਾਏਗਾ। ਮੈਂ ਆਇਆ ਬੇਸਿਕਲੀ 5 ਸਾਲ ਦੇ ਲਈ। 5 ਸਾਲ ਦੀ ਦਫ਼ਤਰ ਤੋਂ ਤੁਹਾਨੂੰ ਛੁੱਟੀ ਪਤਾ ਲੈ ਵਾਪਸ ਨਾ ਜਾਇਆ ਜਾਂਦਾ, ਵਾਪਸ ਜਾਣਾ ਜੀ ਤਾਂ ਇੱਥੇ 5 ਸਾਲ। ਹਾਂ, ਉਹ ਮੇਰਾ ਭਾਈ ਵੀ ਆ ਗਿਆ, ਫਿਰ ਦੂਸਰਾ ਭਾਈ ਵੀ ਆ ਗਿਆ। ਉਹ ਕਹਿੰਦੇ ਨਹੀਂ ਇੱਥੇ ਹੀ ਰਹਿਣਾ। ਫਿਰ ਅਸੀਂ ਇੱਥੇ ਹੀ ਰੁਕ ਗਏ, ਵਰਨਾ ਮੈਂ ਵਾਪਸ ਜਾਣਾ ਸੀ ਹਰ ਸੂਰਤ ਵਿੱਚ। ਮੇਰੀ ਬਹੁਤ ਅੱਛੀ ਜੌਬ ਸੀ। ਚੰਗਾ ਕੀਤਾ ਤੇ ਇਹ ਤੁਹਾਡੇ ਤਾਹਿਰ ਆਰਫ ਭੱਟੀ ਸਾਹਿਬ ਨਹੀਂ ਸੀ ਜਿਹੜੇ? ਤਾਹਿਰ ਆਰਫ ਭੱਟੀ ਫੌਤ ਹੋ ਗਏ 3-4 ਸਾਲ ਪਹਿਲੇ। ਠੀਕ ਉਹਨਾਂ ਦੇ ਨਾਲ ਮੈਂ 3 ਸਾਲ ਜੌਬ ਕੀਤੀ ਹੈ। ਉਹ ਤਾਂ ਸਹੀ। ਮੈਨੂੰ, ਉਹਨਾਂ ਦੀ ਮੈਂ ਪੂਰੀ ਫੈਮਿਲੀ ਨੂੰ ਜਾਣਦਾ ਵਾਂ। ਸਾਡੇ DG ਰਹੇ ਨੇ ਉਹ, ਡਾਇਰੈਕਟਰ ਜਨਰਲ। ਹੂੰ ਬਹੁਤ ਨਾਈਸ ਆਦਮੀ ਸਨ, ਫੌਤ ਹੋ ਗਏ ਇਹ ਕਰੋਨਾ ਦੇ ਵਿੱਚ, ਕੈਂਸਰ ਹੋ ਗਿਆ ਤੁਹਾਨੂੰ ਸੀ। ਪਤਾ ਹੈ ਤਾਹਿਰ ਆਰਿਫ ਸਾਹਿਬ ਕੌਣ ਸਨ? ਉਸ ਟਾਈਮ ਤੇ ਮੈਂ ਕਦੀ ਉਹਨਾਂ ਦੇ ਕੋਲ ਨਹੀਂ ਪੁੱਛਿਆ। ਮੈਨੂੰ ਇਤਨਾ ਪਤਾ ਸੀ ਕਿ ਬਸ ਇਹ ਜਮਾਤੇ ਆਉਂਦੀਆਂ। ਸਹੀ। DIG ਤੱਕ ਦਾ ਉਹਨਾਂ ਦਾ ਰੈਂਕ ਸੀ ਨਾਰਮਲ। ਹਾਂ, IG ਪੰਜਾਬ ਵੀ ਰਹੇ ਨੇ ਉਹ। ਤੇ ਉਹ ਮੇਰੇ ਵਾਲਦ ਉਹਨਾਂ ਦੇ ਸਾਹਿਬ ਨਾਲ ਹੀ ਬਹੁਤ ਅੱਛਾ ਦੋਸਤ ਸਨ, ਸਾਡੇ ਘਰ ਵੀ ਆਏ ਨੇ ਕਈ ਵਾਰੀ। ਅੱਛਾ। ਸਰਕੂਟੇ ਉਹਨਾਂ ਦੀ ਅਪਾਇੰਟਮੈਂਟ ਜ਼ਿਆਦਾ ਸੀ ਹੁੰਦੀ। ਹਾਂ, ਸਰਗੋਦੇ ਉਹਨਾਂ ਦੀ ਜ਼ਿਆਦਾ ਸੀ। ਉਹਨਾਂ ਦਾ ਬੇਟਾ ਮੇਰਾ ਬੜਾ ਅੱਛਾ ਦੋਸਤ ਹੈ। ਜਿੱਥੋਂ ਦੀ ਮੇਰੀ ਨਾਲ ਬਰਥ ਨਾ ਮਲਿਕ ਸਾਹਿਬ, ਉੱਥੋਂ ਦੇ ਸਨ ਤਾਹਿਰ ਆਰਿਫ ਸਾਹਿਬ।
ਹਾਂ, ਉਹਨਾਂ ਦੇ ਨਾਲ ਮੈਂ ਸਰਗੋਦਾ ਬੜੀ ਵਾਰੀ ਗਿਆ, ਬਹੁਤ ਦਫਾ। ਜਿੱਥੇ ਨਜਫਾਬਾਦ ਹੁੰਦਾ ਨਾ ਜਿਹੜੇ ਉੱਥੇ ਲਾਗੇ ਸਹੁਰੇ ਨੇ, ਉੱਥੇ ਲਾਗੇ ਹੀ ਉਹਨਾਂ ਦਾ ਪਿੰਡ ਹੈ 37 ਜਨੂਬੀ। ਬਿਲਕੁਲ ਹੀ। ਉਹ ਉਹਨਾਂ ਦਾ ਬੇਟਾ ਸੀ, ਉਹਨਾਂ ਦਾ ਬੇਟਾ ਵੀ ਭਰਤੀ ਹੋ ਗਿਆ, ਲੇਕਿਨ ਫਿਰ ਉਹ ਛੱਡ ਕੇ ਇੰਨਾ ਚਲਾ ਗਿਆ। ਗੱਲਬਾਤ ਹੁੰਦੀ ਰਹਿੰਦੀ ਮੇਰੀ ਦੂਸਰੇ ਚੌਥੇ ਦਿਨ ਉਸ ਨਾਲ। ਤੇ ਤੁਸੀਂ ਗਵਰਨਮੈਂਟ ਦੀ ਵੀ ਜੌਬ ਕਰਦੇ ਤੇ ਤੁਹਾਡੇ ਕੋਲ ਇੰਨਾ ਟਾਈਮ ਕਿੱਦਾਂ ਮਿਲ ਜਾਂਦਾ ਜਮਾਤ ਅਹਿਮਦੀਆ ਦੀ ਮੁਖਾਲਫਤ ਕਰਨ ਦਾ? ਮੇਰੀ ਜੌਬ ਜਿਹੜੀ ਹੈ ਨਾ, ਉਹ ਹੁੰਦੀ ਹੈ ਵਰਕ ਫਰੋਮ ਹੋਮ। ਮੈਂ ਕਿਧਰੇ ਜਾਣਾ ਨਹੀਂ, ਕਿਧਰੇ ਕੁਝ ਕਰਨਾ ਨਹੀਂ। ਤੇ ਗੌਰਮੈਂਟ, ਮੈਂ ਕਹਿੰਦਾ ਪਾਕਿਸਤਾਨ ਦੀ ਗੌਰਮੈਂਟ ਫਿਰ ਕੋਈ ਕੰਮ ਕਰਦੀ ਹੈ, ਇਹ ਤਾਂ ਬਿਲਕੁਲ ਹੀ ਨਹੀਂ ਕਰਦੇ। ਇੰਨਾ ਜ਼ਿਆਦਾ ਕੰਮ ਸ਼ਮ ਨਹੀਂ ਹੁੰਦਾ। ਮੈਂ 2 ਜੌਬਾਂ ਕਰਦਾ ਵਾਂ, ਇੱਕ ਪ੍ਰਾਈਵੇਟ ਵੀ ਕਰਦਾ ਵਾਂ, ਇੱਕ ਗੌਰਮੈਂਟ ਦੀ ਵੀ ਕਰਦਾ। ਲੇਕਿਨ ਘਰੋਂ ਕੰਮ ਹੁੰਦਾ ਹੈ, ਆਪਣੀ ਮਰਜ਼ੀ ਨਾਲ ਜਿਹੜੇ ਟਾਈਮ ਮਰਜ਼ੀ ਤੁਸੀਂ ਕਰ ਲਓ, ਐਡਾ ਕੰਮ ਕੋਈ ਨਹੀਂ। ਸਹੀ ਹੈ ਤੇ ਸਾਰੀ ਸਟੋਰੀ। ਬਹੁਤ ਜ਼ਬਰਦਸਤ ਮਲਕ ਸਾਹਿਬ ਅਗਰ ਮੈਂ ਵੀ ਸ਼ਖਸੀਅਤ ਦੀ ਕੋਈ ਗੱਡੀ ਛੱਡੀ ਚਲਾਉਂਦਾ ਹੁੰਦਾ, ਇਹ ਉਹ ਤਾਂ ਮੇਰੇ ਕੋਲ ਟਾਈਮ ਨਾ ਹੁੰਦਾ। ਉਹ ਸਬਬ ਐਸਾ ਹੈ ਕਿ 2-3 ਕੰਪਿਊਟਰ ਨੇ, ਉਹਨਾਂ ਦੇ ਕੋਲ ਮੈਂ ਬਹਿਣਾ ਹੈ ਬਸ। ਕੋਈ ਇਤਨਾ ਖਾਸ ਉਹ ਨਹੀਂ। ਤੇ ਰਹਿੰਦੇ ਤੁਸੀਂ ਨਿਊਯਾਰਕ ਕਿਹੜੀ ਜਗ੍ਹਾ ਤੇ? ਨਿਊ ਜਰਸੀ। ਯੂਸਫੀ ਸਾਹਿਬ ਮੇਰੇ ਘਰ ਆਉਂਦੇ, ਸਾਰੀ ਇਨਫੋਰਮੇਸ਼ਨ ਲੈ ਰਹੇ ਜੇ, ਬਾਅਦ ਚੋਂ ਗਾਲਾਂ ਕਢਵਾਉਣੀਆਂ ਨੇ। ਮੇਰੇ ਘਰ ਆਉਂਦੇ ਸਾਹਿਬ ਅੱਲਾ ਮਾਫੀ ਦੇ, ਤੁਹਾਨੂੰ ਕਿਹਨੇ ਗਾਲ ਕਰਨੀ ਹੈ? ਅਸੀਂ ਕਦੀ ਗਾਲ ਮਾਫੀ ਦੇ, ਤੁਹਾਨੂੰ ਕਿਹਨੇ ਗਾਲ ਕਰਨੀ ਹੈ? ਅਸੀਂ ਕਦੀ ਗਾਲ ਨਾ ਚਿਰ ਕੋਈ ਯਾਰ ਨਾ ਇਸ ਤਰ੍ਹਾਂ ਕਰਿਆ ਕਰੋ ਨਾ, ਮਤਲਬ ਗਾਲਾਂ ਵੀ ਕਢਵਾ ਵੀ ਲੈਂਦੇ ਹੋ, ਕੱਢ ਵੀ ਲੈਂਦੇ ਹੋ। ਬਲਕਿ ਆਵਾਜ਼ ਡਬਲ ਹੋ ਰਹੀ ਹੈ, ਮੇਰੇ ਮੋਬਾਈਲ 'ਚ ਡਬਲ ਹੋ ਰਹੀ ਹੈ, ਬਲਕਿ ਨਾ ਮਾਈਕ ਜਿੰਨੀ ਮਰਜ਼ੀ ਹੁਣ ਆਵਾਜ਼ ਗਾਲਾਂ ਕੱਢੋ, ਆਵਾਜ਼ ਡਬਲ ਤਾਂ ਨਹੀਂ ਹੋ ਰਹੀ ਹੁਣ? ਗਾਲਾਂ ਕੱਢੋ ਹੋਰ ਹੀ ਹੈ ਡਬਲ। ਮਲਕ ਸਾਹਿਬ ਅੱਲਾ ਮਾਫੀ ਦੇ, ਕੋਈ ਸਾਨੂੰ ਨਾ ਕੋਈ ਕੱਢੇਗਾ ਤੇ ਅਸੀਂ ਕਿਉਂ ਕੱਢਣੀ ਹੈ ਗਾਲ ਕਿਸੇ ਨੂੰ? ਤੁਸੀਂ ਸਾਡੇ ਨਾਲ ਬੈਠੇ ਮਤਲਬ ਕਿ ਤੁਹਾਡੇ ਨਾਲ ਜੇ ਕਦੀ ਉੱਤੇ ਜਾਈਏ ਵੀ ਤੁਹਾਡੀ ਲਾਈਫ ਤੇ ਕਦੀ ਕੋਈ ਗਾਲ ਕੱਢੀ ਹੋਏ ਤਾਂ ਤੁਸੀਂ ਸਾਬਤ ਕਰੋ ਜੀ, ਦੱਸੋ। ਹਾਂ, ਅਕਾਇਦ ਜਿਹੜਾ ਨੇ ਉਹ ਹੋ ਸਕਦੇ ਨੇ। ਯੂਸਫੀ ਸਾਹਿਬ ਤੁਸੀਂ ਤੇ ਇੰਤਹਾ ਕੀਤੀ ਅਗਲੇ ਦਿਨ ਬਰਾੜ ਦੇ ਉੱਤੇ ਬਹਿ ਕੇ ਲਾਈਵਾਂ ਚਲਾ ਕੇ। ਮੈਂ ਕਹਿੰਦਾ ਮੈਂ ਰੋਜ਼ ਹੀ ਇੰਤਹਾ ਕਰਨਾ, ਮੈਂ ਰੋਜ਼ ਹੀ ਕਰਨਾ, ਮੈਂ ਰੋਜ਼ ਹੀ ਸਰ ਜੀ। ਮੈਂ ਤਾਂ ਰੋਜ਼ ਹੀ ਤੁਹਾਡਾ ਮੌਕਫ ਹੈ ਨਾ, ਤੁਸੀਂ ਤੁਹਾਡਾ ਮੌਕਫ ਹੈ ਨਾ, ਤੁਸੀਂ ਹਾਂ ਠੀਕ ਹੈ ਨਾ। ਲੇਕਿਨ ਮੈਂ ਗਾਲ ਕਿਹਨੂੰ ਕੱਢੀ? ਇਹ 2 ਦਿਨ ਪਹਿਲੇ ਜਿਹੜਾ ਵੀ ਸਾਡਾ ਕੋਈ ਜਮਾਤੀ ਕੇਜ਼ਾ ਲੈਣ ਦੀ ਕੋਸ਼ਿਸ਼ ਕੀਤੀ, ਉਹ ਤੇ ਸਰ ਜੀ ਅਸਾਂ ਲੈਣਾ ਹੀ ਲੈਣਾ ਹੈ, ਅਸੀਂ ਲੈਣੇ ਆ। ਉਹਦੇ ਵਿੱਚ ਇਹ ਨਹੀਂ ਕਿ ਮਤਲਬ ਮੈਂ ਬਰਮਲਾ ਕਹਿਣਾ ਪਿਆ ਵਾਂ, ਇਹਦੇ ਵਿੱਚ ਤੇ ਨਹੀਂ ਕੋਈ ਦੋ ਰਾਏ ਹੈ ਨਾ ਕਿ ਅਸੀਂ ਜਿੰਨੀ ਵੀ ਗੱਲ ਕਰ ਰਹੇ ਹਾਂ ਕਿ ਇਹਦਾ ਤੁਹਾਡਾ ਕੀ ਮਤਲਬ ਹੈ, ਅਸੀਂ ਉਹ ਕਰ ਰਹੇ ਹਾਂ। ਇਹਦੇ 'ਚ ਕਿਸੇ ਨਾ ਕਿਸੇ ਜਗ੍ਹਾ ਤੇ ਚੀਜ਼ਾਂ ਹੁੰਦਾ, ਡਜ਼ਨਟ ਮੈਟਰ ਕਿ ਅਸੀਂ ਚੀਜ਼ਾਂ ਲੈਣੇ ਜਾਂ ਨਹੀਂ ਲੈਣੇ। ਲੇਕਿਨ ਤੁਸੀਂ ਇਹ ਗੱਲ, ਮੈਂ ਤੁਹਾਨੂੰ ਇਹ ਗੱਲ ਕਹਿਣਾ ਪਿਆ ਵਾਂ ਕਿ ਚੀਜ਼ਾਂ ਤੇ ਲਵੋ ਤੁਸੀਂ ਕਿਸੇ ਦਾ, ਲੇਕਿਨ ਕਿਸੇ ਨੂੰ ਗਾਲਾਂ ਕੱਢੋ, ਕਿਸੇ ਦੀ ਮਾਂ ਭੈਣ ਨੂੰ ਤੁਸੀਂ ਇਸ ਤਰ੍ਹਾਂ ਕਰੋ, ਉਹਦੇ ਦਾ ਮਤਲਬ ਫਿਰ ਤੁਸੀਂ ਆਪ ਚਾਹੁੰਦੇ ਹੋ ਕਿ ਨਾ ਕਿ ਇਹ ਕੰਮ ਹੋਵੇ। ਤੁਹਾਡੇ ਕੋਲ ਕੋਈ ਮਤਲਬ ਕਿ ਸਬੂਤ ਹੀ ਨਹੀਂ ਹੈ, ਤੁਹਾਡੇ ਕੋਲ ਕੋਈ ਗੱਲਬਾਤ ਮਤਲਬ ਕਿ ਤੁਹਾਨੂੰ ਪਤਾ ਹੀ ਕੋਈ ਨਹੀਂ, ਤੁਸੀਂ ਕਿੱਦਾਂ ਕਿਸੇ ਤੇ ਇਲਜ਼ਾਮ ਲਾ ਸਕਦੇ ਜੇ ਤੁਸੀਂ ਗਾਲਾਂ ਕੱਢਣ ਦੇ? ਅਸੀਂ ਲਾ ਕੇ ਤੁਹਾਨੂੰ ਤਸੱਵਰ ਹੀ ਨਹੀਂ ਕਰ ਸਕਦੇ ਵੀ ਕੋਈ ਗਾਲ ਕੱਢੀ ਹੈ ਜਾਂ ਤੁਹਾਡੇ ਨਾਲ ਕੋਈ ਬਦਤਮੀਜ਼ੀ ਕਰੀ ਹੈ। ਯਾਰ ਇੱਥੇ ਮੈਨੂੰ ਗਾਲਾਂ ਨਹੀਂ ਕੱਢਣੀਆਂ ਪੈਂਦੀਆਂ। ਤੁਹਾਡਾ ਮਤਲਬ ਮਕਸਦ ਕੀ, ਗਾਲ ਹੁੰਦੀ ਕੀ ਹੈ? ਤੁਸੀਂ ਇਹ ਥੋੜਾ ਜਿਹਾ ਸਮਝਾ ਸਕਦੇ ਜੀ ਮੈਨੂੰ ਅੱਜ? ਹਾਂ ਇਹ ਗੱਲ ਹੈ ਨਾ, ਵੈਸੇ ਇਹ ਮੈਨੂੰ ਤੁਹਾਡੇ ਕੋਲ ਪਹਿਲੇ ਸਮਝਣਾ ਪਏਗਾ ਗਾਲ ਹੁੰਦੀ ਕੀ ਹੈ, ਕਿ ਜਿਹੜੀ ਗੱਲ ਤੁਸੀਂ ਕਰਦੇ ਹੋ ਜਾਂ ਜਿਹੜੀ ਗੁਫ਼ਤਗੂ ਕਰਦੇ ਹੋ, ਈਵਨ ਗਾਲ ਹੁੰਦੀ ਵੀ ਹੈ ਨਹੀਂ ਜਾਂ ਨਹੀਂ, ਮੈਂ ਐਵੇਂ ਕਹੀ ਜਾ ਰਿਹਾ ਵਾਂ ਯਾਰ ਇਹ ਗਾਲ ਹੁੰਦੀ ਹੈ ਨਹੀਂ। ਇਹ ਤਾਂ ਗੱਲ ਸੋਚਣ ਸਮਝਣ ਵਾਲੀ ਹੈ ਨਾ, ਪਹਿਲੇ ਕਿਸੇ ਨੂੰ ਇਹ ਪਤਾ ਲੱਗੇ ਕਿ ਗਾਲ ਹੁੰਦਾ ਕੀ ਹੈ। ਵੱਡੇ ਤੁਸੀਂ ਸਾਨੂੰ ਪ੍ਰੂਫ ਦਿਓ, ਸਾਡਾ ਦੱਸੋ ਵੀ ਅਸੀਂ ਤੁਹਾਨੂੰ ਕਿਹੜੇ ਜਗ੍ਹਾ ਤੇ ਬਹਿ ਕੇ ਗਾਲ ਕੱਢੀ ਹੈ ਜਾਂ ਕਿਹਨਾਂ ਨੂੰ ਗਾਲ ਕੱਢੀ ਹੈ। ਤੇ ਯੂਸਫੀ ਸਾਹਿਬ ਐਸੇ ਨੇ, ਵੈਸੇ ਤੁਸੀਂ ਤੇ ਅਕਸਰ ਸਾਡੇ ਮਤਲਬ ਕਿ ਅਕਾਬਦੀਨ ਨੂੰ ਗਾਲਾਂ ਕੱਢਦੇ ਰਹਿੰਦੇ ਜੇ। ਮਲਕ ਸਾਹਿਬ ਦੇ ਬਾਰੇ ਇੰਨਾ ਮਸ਼ਹੂਰ ਹੈ ਕਿ ਬਹੁਤ ਜ਼ਿਆਦਾ ਗੰਦੀਆਂ ਗਾਲਾਂ ਕੱਢਦੇ ਨੇ। ਇਹਨਾਂ ਨੇ ਪਹਿਲੇ ਲਾਈਵ ਤੇ ਬਹਿ ਕੇ ਉਹਨਾਂ ਨੂੰ ਗਾਲ ਦਿੱਤੀ। ਇਲਜ਼ਾਮੀ ਜਵਾਬ ਜਦੋਂ ਮਿਲਦਾ ਫਿਰ ਤੁਸੀਂ ਆਂਦੇ ਜੀ ਗਾਲਾਂ ਕੱਢਦੇ ਨੇ। ਹਾਂ ਮਤਲਬ ਅਸੀਂ ਗਾਲਾਂ ਕੱਢ ਰਹੇ ਹਾਂ, ਤੁਸੀਂ ਇਲਜ਼ਾਮੀ ਜਵਾਬ ਦਿੰਦੇ ਹੋ। ਮਤਲਬ ਅਸੀਂ ਗਾਲ ਕੱਢ ਰਹੇ ਹਾਂ,
ਅਸੀਂ ਕਹਿੰਦੇ ਆ ਕੋਈ ਵੀ ਗੱਲ ਅਸੀਂ ਕਹੀ ਹੁੰਦੀ ਹੈ ਗਾਲ। ਤੁਸੀਂ ਗਾਲ ਕੱਢੀ ਹੈ ਤੇ ਮੈਂ ਤੁਹਾਨੂੰ ਅੱਗੋਂ ਗਾਲਾਂ ਦਾ ਜਵਾਬ ਦਿੱਤਾ। ਮੈਂ ਤਾਂ ਕੋਈ ਗੱਲ ਐਸੀ ਤੁਸਾਂ ਤੇ ਹੁਣੇ ਤੁਸਾਂ ਹੁਣੇ ਗੱਲ ਕੀਤੀ ਨਾ, ਮਿਸਾਲ ਕੋਟ ਕਰਕੇ ਕਿਹਾ ਕਿ ਉਹਨੇ ਅੰਨੇ ਮੋਚੀ ਨੇ ਇਲਜ਼ਾਮੀ ਜਵਾਬ, ਮਲਕ ਸਾਹਿਬ ਨੇ ਗਾਲਾਂ ਕੱਢੀਆਂ ਤੇ ਅੰਨੇ ਮੋਚੀ ਨੇ ਇਲਜ਼ਾਮੀ ਜਵਾਬ ਦਿੱਤਾ। ਹੁਣ ਮੈਂ ਤੇ ਇਹੀ ਸਮਝਣਾ ਚਾਹ ਰਿਹਾ ਨਾ ਕਿ ਮਤਲਬ ਅਸਾਂ ਤੇ ਗਾਲਾਂ ਕੱਢ ਰਹੇ ਹਾਂ, ਤੁਸੀਂ ਗਾਲਾਂ ਨਹੀਂ ਕੱਢਦੇ ਹੋ, ਤੁਸੀਂ ਸਿਰਫ ਇਲਜ਼ਾਮੀ ਜਵਾਬ। ਮਲਕ ਸਾਹਿਬ ਨੂੰ ਗਾਲ ਨਹੀਂ ਕੱਢੀ, ਜੇ ਆਂਦੇ ਜਿਹੜੇ ਤੁਹਾਨੂੰ ਵੀਡੀਓ ਚਲਾ ਦਿੰਦੇ ਆ, ਆਡੀਓ ਚਲਾ ਦਿੰਦੇ ਆ। ਮਲਕ ਸਾਹਿਬ ਨੇ ਇੰਨੀਆਂ ਧਮਕੀਆਂ ਦੇਤੀਆਂ ਨੇ ਕਿ ਉਹ ਮਤਲਬ ਕਿ ਆਪਣੀ ਜਾਨ ਬਚਾਉਣ ਦੇ ਚੱਕਰ 'ਚ ਵਿਚਾਰੇ ਤੁਰੇ ਫਿਰਦੇ ਨੇ। ਉਹਨੂੰ ਧਮਕੀਆਂ ਤੇ ਤਾਰ ਅਮਜਦ ਵੀ ਦਿੰਦਾ ਹੈ, ਤਾਰ ਅਮਜਦ ਨੇ ਧਮਕੀਆਂ ਦਿੱਤੀਆਂ ਨੇ। ਮਲਕ ਸਾਹਿਬ ਨੇ ਐਲਾਨ ਕਰਤਾ ਕਿ $1000 ਮੇਰੇ ਵੱਲੋਂ ਇਨਾਮ ਹੈ, ਅਗਰ ਆਪਣੇ ਬਸ਼ਰ ਭਾਈ ਦਾ ਕੋਈ ਤਸਵੀਰ ਸ਼ੋ ਕਰੋ, ਇਹ ਕਰੋ, ਉਹ ਕਰੋ। ਉਹ ਮੈਂ $1000 ਉਹਨਾਂ ਨੇ ਕੋਲ ਲੈ ਲਿਆ। ਗੱਲਾਂ ਨੇ ਮਤਲਬ ਕਿ ਉਹ ਤਾਹਿਰ ਭਾਈ, ਹੈਲੋ ਤਾਹਿਰ ਸਾਹਿਬ ਮੇਰੀ ਸੁਣੋ, ਉਹ $1000 ਮੈਂ ਉਹਨਾਂ ਕੋਲ ਲੈ ਲਿਆ। ਮੇਰੀ ਸੁਣੋ ਤੇ ਸਹੀ, ਉਹ $1000 ਮੈਂ ਉਹਨਾਂ ਕੋਲ ਲੈ ਲਿਆ। ਚ ਡਰਾ ਧਮਕਾ ਕੇ ਜੋ ਮਰਜ਼ੀ ਕਰਾ ਦਿੰਦੇ ਜੇ। ਇੱਥੇ ਇਹਨਾਂ ਮੁਲਕਾਂ ਦੇ ਵਿੱਚ ਇਹੋ ਜਿਹੇ ਕੰਮ ਕਰਨੇ ਗੈਰ ਕਾਨੂੰਨੀ ਨੇ। ਮੈਂ ਕਹਿੰਦਾ ਪਿਆ ਉਹ ਜਿਹੜੇ ਤੁਸੀਂ $1000 ਦੀ ਕਰ ਰਹੇ ਨਾ ਕਿ ਉਹਦੀ ਆਈਡੀ ਰਿਵੀਲ ਕਰੋਗੇ ਤੇ ਪੈਸੇ ਮਿਲਣਗੇ, $1000 ਉਹਨਾਂ ਨੇ ਦੇਣੇ ਤੇ ਪੁੱਛੋ ਉਹਨਾਂ ਕੋਲ $1000 ਮੈਂ ਲੈ ਲਿਆ। ਉਹਨਾਂ ਨੂੰ ਆਈਡੀ ਚਾਹੀਦੀ ਸੀ, ਮੈਂ ਦੇ ਦਿੱਤੀ। ਤੁਸੀਂ ਕੀ ਸਮਝਦੇ ਹੋ ਆਈਡੀ ਨਹੀਂ ਮਿਲਦੀ ਇੱਥੇ ਲੋਕਾਂ ਦੀ? ਨਹੀਂ, ਆਈਡੀਆਂ ਤੁਸੀਂ 1000 ਤੋਂ ਤੁਹਾਡੀ ਆਈਡੀ ਵੀ ਮਿਲ ਜੇਗੀ, ਆਈਡੀਆਂ ਦਾ ਕੀ ਮਤਲਬ ਹੈ? ਪਰ ਹਾਂ, ਆਈਡੀ ਮਿਲ ਜਾਂਦੀ ਨਾ, ਬੰਦਾ ਜ਼ਿੰਦਾ ਹੋਵੇ ਤੇ ਉਹਦੀ ਆਈਡੀ ਮਿਲ ਹੀ ਜਾਂਦੀ ਹੈ ਨਾ। ਬੰਦਾ ਜ਼ਿੰਦਾ ਹੋਵੇ ਤੇ ਉਹਦੀ ਆਈਡੀ ਮਿਲ ਜਾਂਦੀ, ਨਾ ਪਤਾ ਲੱਗ ਜਾਂਦਾ। ਅਗਲਾ ਲਿਖਾ ਦੇਗਾ, ਅਗਲਾ ਮਲਕ ਸਾਹਿਬ ਦੀ ਡਿਟੇਲ ਦੇ ਦੇਗਾ। ਅਗਲਿਆਂ ਨੇ CIA ਵਾਲਿਆਂ ਨੇ ਉਸੇ ਵੇਲੇ ਜਾ ਕੇ ਚੁੱਕ ਲਿਆਉਣਾ। ਉਹਨਾਂ ਨੇ ਕਹਿਣਾ ਵੀ ਤੂੰ ਬੰਦਾ ਉਸੇ ਟਾਈਮ ਚੁੱਕ ਲੈਣਾ ਹੈ। ਉਹਨਾਂ ਨੂੰ ਨਹੀਂ ਪਤਾ ਇਸਲਾਮ ਦਾ ਤੇ ਇਹ ਉਹ ਵੀ ਤੁਸੀਂ ਕਹੋਗੇ ਮੈਂ ਮੁਸਲਮਾਨਾਂ ਦਾ। ਉਹਨਾਂ ਨੂੰ ਤਾਂ ਨਹੀਂ ਪਤਾ, ਲੇਕਿਨ ਅਗਲੇ ਜੇ ਬੰਦੇ ਨੇ ਪਹਿਲੇ ਲਿਖ ਕੇ ਦਿੱਤਾ ਹੋਵੇ ਕਿ ਇਹ ਬੰਦਾ ਵੀ ਇਹਦਾ ਇਹ ਨਾਮ ਹੈ, ਪਾਕਿਸਤਾਨ 'ਚ ਇਹਦਾ ਇਹ ਐਡਰੈਸ ਹੈ, ਇਹਦਾ ਰੀਅਲ ਨਾਮ ਇਹ ਵੀ ਇਸ ਨਾਮ ਤੋਂ ਫਲਾਣੀ ਜਗ੍ਹਾ ਤੇ ਬੈਠਾ ਹੈ, ਇਹ ਉਹਦੀ ਆਵਾਜ਼ ਹੈ, ਇਹ ਉਹਦੀ ਰਿਕਾਰਡਿੰਗ ਹੈ, ਤੇ ਜੇ ਉਹਨਾਂ ਨੇ ਪਹਿਲੇ ਹੀ ਦੇ ਦਿੱਤਾ ਹੋਵੇ ਉੱਥੇ ਸੋਲੀਸਿਟਰ ਹਾਇਰ ਕਰਕੇ, ਤੇ ਫਿਰ ਨਹੀਂ ਉਹ ਲੱਗੇ ਨੇ ਮਲਕ ਸਾਹਿਬ ਬੰਦੇ। ਮੈਂ FIA ਦਾ ਡਾਇਰੈਕਟਰ ਰਿਹਾ ਬਕਾਇਦਾ। FIA ਨਹੀਂ, FIA ਤੇ ਹੋ ਹੀ ਰਿਹਾ ਨਾ, FIA ਤੇ ਹੋ ਹੀ ਰਿਹਾ, FIA ਤੇ ਹੋ ਹੀ ਰਿਹਾ ਕੰਮ। UK ਦੇ ਵਿੱਚ UK ਬਾਰਡਰ ਏਜੰਸੀ ਨੂੰ ਇੰਗਲੈਂਡ ਵਿੱਚ, ਅੱਛਾ ਇੰਗਲੈਂਡ ਵਿੱਚ UK BA ਜਿਹੜਾ ਨਾ ਬਾਰਡਰ ਏਜੰਸੀ ਜਿਹੜੀ ਹੈ ਨਾ UK ਦੀ, ਅੱਛਾ, ਜਿਹੜੇ ਸਕਾਟਲੈਂਡ ਯਾਰਡ ਹੋ ਗਈ, UK BA ਖੈਰ ਹੋਈ ਤੇ ਫਿਲਹਾਲ UK BA ਨੂੰ ਲਿਖ ਕੇ ਦਿੱਤਾ। ਹਾਂਜੀ, UK BA ਨੂੰ ਲਿਖ ਕੇ ਦਿੱਤਾ ਹੈ ਕਿ ਇਹ ਬੰਦਾ, ਇਹਦਾ ਇਹ ਨਾਮ ਹੈ, ਇਹ ਇਹਦਾ ਐਡਰੈਸ ਹੈ, ਇਹ ਇਹਦੀ ਸਾਰੀ ਕਰਤੂਤ ਹੈ। ਉਹ ਅੱਗੋਂ ਜਿਹੜੀ ਉਹ ਆਡੀਓ ਜਿਹੜੀ ਸਾਡੇ ਕੋਲ ਪਈ ਉਹ ਦੇ ਦੇਣਗੇ। ਤੇ ਤੁਹਾਨੂੰ ਪਤਾ ਜਮਾਤ ਅਹਿਮਦੀਆ ਦਾ ਹਿੰਮਤ ਜਿਹੜਾ ਮਤਲਬ ਕੈਸਾ UK ਦੇ ਵਿੱਚ ਤੁਸੀਂ ਹਾਂ ਕਰਨਾ ਐਸਾ ਜ਼ਬਰਦਸਤ ਇਮੇਜ ਹੈ, ਤੁਹਾਨੂੰ ਮਤਲਬ ਕਿ ਹੱਥਾਂ ਦੇ ਚੁੱਕ ਲੈਂਦੇ ਨੇ। ਸਾਤਾ ਚੁੱਕਿਆ ਜਾਏਗਾ ਹੁਣ ਇਨਸ਼ਾਅੱਲਾ। ਮੁਸਲਮਾਨ ਆ, ਅਗਲੇ ਉਸੇ ਵੇਲੇ ਆਂਦੇ ਚੱਲੋ ਬਹਿ ਜਾ ਕੇ 2 ਘੰਟੇ ਇੰਤਜ਼ਾਰ ਕਰ, ਤੇਰੀ ਚੈਕਿੰਗ ਕਰਨੇ ਫਿਰ ਦੇ। ਅਹਿਮਦੀ ਮੁਸਲਮਾਨ ਉਸੇ ਵੇਲੇ ਅਗਲੇ ਰਿਲੀਜ਼ ਕਰਦੇ ਨੇ, ਉਸੇ ਵੇਲੇ ਭੇਜ ਦਿੰਦੇ ਨੇ। ਉਹ ਜਾ ਭਾਈ ਤੂੰ ਜਿੱਥੇ ਮਰਜ਼ੀ ਜਾ ਕੇ, ਫਿਰ ਕੋਈ ਮਸਲਾ ਨਹੀਂ ਹੈ। ਹਾਂ ਮਤਲਬ ਜਿੱਥੇ ਮਰਜ਼ੀ ਜਾ, ਕਿਉਂਕਿ ਤੁਸੀਂ ਗਾਲਾਂ ਜੋ ਕੱਢੀਆਂ ਨੇ ਨਾ, ਨਬੀਆਂ ਨੂੰ ਗਾਲਾਂ ਕੱਢ ਰਹੀਆਂ ਨੇ, ਉਹ ਤੇ ਕਹਿੰਦੇ ਨੇ ਠੀਕ ਹੈ ਤੁਸੀਂ ਜਿੱਥੇ ਮਰਜ਼ੀ ਜਾ ਫਿਰ ਗਾਲਾਂ ਕੱਢ। ਯੂਸੀ ਸਾਹਿਬ ਗਾਲਾਂ ਦਾ ਸਬੂਤ ਲਿਆਓ, ਬਿਲਕੁਲ ਸਹੀ ਗਿਆ ਜੀ। ਕਰੋ ਇੱਥੇ ਕੋਈ ਵੀਡੀਓ ਲਾਓ, ਆਡੀਓ ਲਾਓ, ਸਬੂਤ ਪੇਸ਼ ਕਰੋ ਵੀ ਗਾਲਾਂ ਕਿਹੜੀਆਂ ਕੱਢੀਆਂ ਨੇ। ਇਹ ਮਤਲਬ ਹੁਣ ਸਾਕੀ ਭਾਈ ਆਏ ਨੇ, ਸਬੂਤ ਭਾਈ ਅਸੀਂ ਮਜਬੂਰ ਹਾਂ ਸਬੂਤ ਪੇਸ਼ ਕਰੀਏ। ਇੱਕ ਮਿੰਟ ਤਾਹਿਰ ਸਾਹਿਬ ਮੇਰੀ ਗੱਲ ਸੁਣੋ, ਮੇਰੀ ਗੱਲ ਤਾਂ ਸੁਣੋ, ਮੇਰੀ ਗੱਲ ਤਾਂ ਸੁਣਦੇ ਵੀ ਨੇ ਨਾ ਫਿਰ ਤੁਸੀਂ। ਹੁਣ ਮੈਂ ਗੱਲ ਕੋਈ ਜੇ ਮੈਂ ਗਾਲਾਂ ਦਾ ਸਬੂਤ ਦਵਾਂ, ਗੁੱਸਾ ਤੇ ਨਹੀਂ ਕਰੋਗੇ? ਨਹੀਂ, ਤੁਸੀਂ 1000 ਸਬੂਤ ਦਿਓ, ਅਸੀਂ ਤੁਹਾਨੂੰ ਕਿਉਂ ਗੁੱਸਾ ਕਰਨਾ? ਹਾਂ ਮੈਂ ਨਹੀਂ ਗੁੱਸਾ ਨਹੀਂ ਕਰਨਾ ਸੀ, ਕਿਉਂਕਿ ਗੱਲ ਕਰ ਰਹੇ ਮੈਂ ਤੁਸੀਂ ਸਬੂਤ ਮੰਗਿਆ, ਤੁਸੀਂ ਸਬੂਤ ਮੰਗਿਆ ਨਾ। ਅੱਛਾ ਸੁਣੋ ਵੀ ਤਾਂ ਸਹੀ ਨਾ, ਹੁਣ ਤੁਸੀਂ ਸਬੂਤ ਮੰਗਿਆ ਨਾ। ਹਾਂਜੀ, ਮੈਂ ਅੱਜ ਤੱਕ ਇਹ ਗੱਲ ਕਿਸੇ ਬੰਦੇ ਨੂੰ, ਅੱਜ ਮੈਂ ਆਪਣੀ ਪਰਸਨਲ ਲਾਈਫ ਦੇ ਵਿੱਚ ਵੀ ਕਿਸੇ ਨੂੰ ਗਾਲ ਨਹੀਂ ਕੱਢਦਾ। ਮੈਂ ਇੱਥੇ ਨਵਾਂ US ਆਇਆ ਨਾ, ਤੇ ਮੈਂ ਇੱਕ ਗੋਲਡ ਦੀ ਸ਼ਾਪ ਸੀ, ਜਿਊਲਰੀ ਵਿਕਦੀ ਸੀ ਉੱਥੇ ਗੋਲਡ ਦੀ। ਮੈਂ ਉੱਥੇ ਥੋੜੇ ਦਿਨ ਕੰਮ ਕੀਤਾ ਤੇ ਉੱਥੇ ਇੱਕ ਹਿੰਦੂ ਮੇਰੇ ਨਾਲ ਕੰਮ ਕਰਦਾ ਹੁੰਦਾ ਸੀ। ਉਹ ਬੰਦਾ ਉਹ ਜਦੋਂ 6 ਮਹੀਨੇ ਮੈਂ ਕੰਮ ਕੀਤਾ, ਉਸ ਤੋਂ ਬਾਅਦ ਖੈਰ ਮੈਂ ਆਪਣੇ ਉਹਦੇ ਕੰਮ 'ਚ ਆ ਗਿਆ। ਤੇ ਉਹਨੇ ਮੈਨੂੰ ਜਾਣਦੇ, ਉਹਨੇ ਕਿਹਾ ਕਿ ਸਾਰੀਆਂ ਗੱਲਾਂ ਕਿ ਮੇਰੇ ਤੇਰਾ ਇਖਤਲਾਫ ਹੈ, ਤੂੰ ਮੁਸਲਮਾਨ ਹੈ ਮੈਂ ਹਿੰਦੂ ਹਾਂ ਸਾਰੇ, ਲੇਕਿਨ ਯਾਰ ਇੱਕ ਗੱਲ ਮੈਂ ਤੇਰੇ 'ਚ ਬੜੀ ਚੰਗੀ ਦੇਖੀ। ਮੈਂ ਕਿਹਾ ਉਹ ਕੀ ਵੇਖ ਲਿੱਤਾ? ਕਹਿੰਦਾ ਇੱਕ ਮਤਲਬ ਇਹ ਚਲੋ ਨਮਾਜ਼ ਵਾਲੀ ਮੈਂ ਨਹੀਂ ਗੱਲ ਕਰਦਾ, ਉਹਨੇ ਜਿਹੜੀ ਮੇਨ ਜਿਹੜੀ ਗੱਲ ਉਹਨੇ ਕਿਹਾ, ਮੈਂ ਤੇਰੇ ਮੂੰਹ ਅੱਜ ਤੱਕ ਮੈਂ ਗਾਲ ਨਹੀਂ ਸੁਣੀ। ਕੋਈ ਕਸਟਮਰ ਆਂਦਾ ਕਾਲਾ ਬੇਲਾ ਜੋ ਉੱਚਾ ਨੀਵਾਂ ਵੀ ਬੋਲ ਦਿੰਦਾ, ਯਾਰ ਤੂੰ ਗਾਲ ਹੀ ਨਹੀਂ ਦੇਤੇ। ਤੇ ਮੈਂ ਕਿਹਾ ਇਨਸ਼ਾਅੱਲਾ ਮੇਰੀ ਕੋਸ਼ਿਸ਼ ਇਹੀ ਹੈ ਮੈਂ ਕਦੀ ਕਿਸੇ ਨੂੰ ਗਾਲ ਨਾ ਕੱਢਾਂ। ਲੇਕਿਨ ਇਹ ਹੁਣ ਜਿਹੜੀ ਤੁਹਾਨੂੰ ਗੱਲ ਸੁਣਾਉਣ ਲੱਗਾ ਨਾ, ਤੁਹਾਨੂੰ ਗਾਲ ਨਹੀਂ ਕੱਢਣ ਲੱਗਾ,
ਤੁਹਾਨੂੰ ਮੈਂ ਇਹ ਦੱਸਣ ਲੱਗਾ, ਤੁਸੀਂ ਕਹਿੰਦੇ ਹੋ ਗਾਲ ਹੁੰਦਾ ਕੀ ਹੈ, ਮੈਂ ਤੁਹਾਨੂੰ ਇਹ ਦੱਸਣ ਲੱਗਾ ਕਿ ਆ ਤੁਹਾਡੇ ਮੂੰਹ ਦੇ ਵਿੱਚ ਕੋਈ ਬੰਦਾ ਪਿਸ਼ਾਬ ਕਰੇ, ਕਵੇ ਕਿ ਤਾਹਿਰ ਮੈਂ ਤੇਰੇ ਮੂੰਹ ਦੇ ਵਿੱਚ ਪਿਸ਼ਾਬ ਕਰਨਾ, ਮੈਂ ਇਹ ਗਾਲ ਹੈ ਕਿ ਅੰਮ੍ਰਿਤ ਛਕਾਉਣ ਵਾਲੀ ਗੱਲ ਹੈ? ਇਹ ਤਾਂ ਗੱਲ ਨਹੀਂ ਹੈ ਤਾਹਿਰ ਸਾਹਿਬ, ਮੈਂ ਤੁਹਾਨੂੰ ਕਹਿ ਨਹੀਂ ਰਿਹਾ, ਮੈਂ ਤੁਹਾਨੂੰ ਸਿਰਫ ਇੱਕ ਗੱਲ ਕੱਢ ਗਿਆ ਦੱਸ ਰਿਹਾ ਵਾਂ। ਯੂਸਫੀ ਗਾਲ ਕੱਢ ਗਿਆ। ਸਲਾਰ ਭਾਈ ਤੁਹਾਨੂੰ ਜਵਾਬ ਦਿੰਦੇ ਨੇ, ਸਲਾਰ ਭਾਈ ਇਹਨਾਂ ਨੇ ਗਾਲ ਕੱਢੀ ਨਹੀਂ ਤੁਸੀਂ ਗਾਲ ਕੱਢੀ ਹੁਣੇ ਹੀ ਕੱਢ ਗਿਆ, ਹੁਣ ਵਾਲੇ ਕੱਢੀ ਕੱਢੀ ਸੁ ਗਾਲ ਹੁਣ ਵਾਲੇ। ਠੀਕ ਹੈ ਮੇਰੀ ਸੁਣ ਲਓ, ਗਾਲ ਤੇ ਆਂਦਾ ਗਾਲ ਕੇ ਸੁਣ ਲਓ, ਗਾਲ ਕੱਢੀ ਦੀ ਹੈ। ਸੁਣ ਲਓ ਸਾਰੇ ਨਾ ਬੋਲੀ ਜੋ ਨਾ, ਵਾਰੀ ਵਾਰੀ ਬੋਲੋ ਤੋਂ ਯੂਸਫੀ ਸਾਹਿਬ ਦੀ ਗੱਲ ਤੇ ਸੁਣੋ ਕੰਜਰੋ, ਗੱਲ ਤੇ ਸੁਣੋ, ਵਾਰੀ ਸੁਣੋ ਸਾਰੇ। ਆ ਦੇਖਿਆ ਯੂਸਫੀ ਇਹਦਾ ਪਿਓ ਜੇ ਤੇ ਆਪਣੇ ਪਿਓ ਨੂੰ ਆਖਣ ਡਿਆ ਅੱਜ, ਹੈ ਪਿਓ ਹੈ ਤੇਰਾ। ਹਾਂ ਪਿਓ ਨੂੰ ਯੂਸਫੀ ਸਾਹਿਬ ਇਹ ਕਦੇ ਕੰਮ ਕਰਦੇ ਪਏ, ਇਹਨਾਂ ਨੂੰ ਬੋਲਣ ਦਿਓ ਨਾ, ਖਾਮੋਸ਼ ਹੋ ਜਾਓ, ਖਾਮੋਸ਼ ਹੋ ਜਾਓ, ਖਾਮੋਸ਼ ਹੋ। ਤਾਹਿਰ ਪੁਆਇੰਟ ਮੈਂ ਜਿਹੜੀ ਗੱਲ ਕੀਤੀ ਯਾਰ ਖਾਮੋਸ਼ ਹੋਵੋ, ਖਾਮੋਸ਼ ਹੋਵੋ, ਖਾਮੋਸ਼ ਜਿਹੜੇ ਹੀਰਾ ਮੰਡੀ ਦੀਆਂ ਲਾਦਾਂ ਹੁੰਦੀਆਂ ਨੇ ਉਹਨਾਂ ਨਾਲ ਨਹੀਂ ਪੈਂਦਾ, ਮੈਂ ਚੱਲਾਂ ਖਾਮੋਸ਼। ਹਾਂਜੀ ਆ ਯੂਸਫੀ ਸਾਹਿਬ ਗੱਲ ਦਾ ਕਿੱਥੋਂ ਪਤਾ ਲੱਗਾ ਜੀ ਹੀਰਾ ਮੰਡੀ ਦੀ ਤੁਸੀਂ ਔਲਾਦ ਜੇ? ਇਹ ਵੀ ਅੱਜ ਨਵਾਂ ਇਨਸਾਫ ਇਹ ਮੈਂ ਦੱਸਣਾ ਵਾ ਨਾ, ਹੁਣ ਦੇਖੋ ਨਾ, ਮੈਂ ਤੁਹਾਡੇ ਨਾਲ ਹੈ, ਮੈਂ ਗਾਲ ਕੱਢੀ ਵੀ ਨਹੀਂ, ਮੈਂ ਤੁਹਾਨੂੰ ਮਿਸਾਲ ਦਿੱਤੀ ਏ ਤੇ ਤੁਹਾਨੂੰ ਇਹ ਲੱਗਿਆ ਮੈਨੂੰ ਇਹਨੇ ਗਾਲ ਕੱਢੀ, ਉਹ ਵੀ ਕਹਿ ਗਿਆ ਇਹ ਕੀ ਤੁਸੀਂ ਮਤਲਬ ਕਿ ਨਹੀਂ ਗਾਲ ਹੈ ਨਾ, ਨਹੀਂ ਗਾਲ ਹੈ ਨਾ, ਮੇਰੀ ਸੁਣੋ, ਉਹਨੇ ਤੁਹਾਡੇ ਆ ਜਿਹੜੇ ਨੇ ਦੋ ਬੰਦੇ ਆਏ ਸੀ, ਇਹਨਾਂ ਨੇ ਗਵਾਹੀ ਦਿੱਤੀ, ਗਾਲ ਹੈ ਨਹੀਂ ਹੈ, ਉਹ ਗਾਲ ਹੀ ਹੈ ਨਾ। ਮੈਂ ਤੁਹਾਡੇ ਨਾਲ ਪਿਆ ਗੱਲ ਕਰਨਾ ਪਿਆ, ਤੁਸੀਂ ਇੱਧਰ ਉੱਧਰ ਕਿਉਂ ਜਾਂਦੇ ਹੋ? ਨਹੀਂ ਕਿਆ ਇਹ ਗਾਲ ਹੈ ਕਿ ਨਹੀਂ? ਦੋਸਤ ਇੱਥੇ ਬੈਠੇ ਹੋਣਗੇ ਜੋ ਤੁਹਾਨੂੰ ਕੋਈ ਗਾਲ ਹੈ ਨਾ ਤਾਹਿਰ ਸਾਹਿਬ, ਮੇਰੀ ਗੱਲ ਤਾਂ ਸੁਣੋ, ਤੁਸੀਂ ਮੇਰੇ ਕੋਲ ਇੱਕ ਸਵਾਲ ਪੁੱਛਿਆ, ਤੁਸੀਂ ਫਿਰ ਉਧਰ ਟੁਰ ਪਏ, ਇਹ ਗਾਲ ਹੈ ਕਿ ਨਹੀਂ? ਇਹ ਗਾਲ ਹੈ ਜਾਂ ਨਹੀਂ? ਸਾਡੇ ਨਾਲ ਸੇਲ ਭਾਈ ਗੱਲ ਕਰਦੇ ਨੇ ਜੀ, ਮਮਾ ਸੇਲ ਭਾਈ ਕਰੇ हाजी यूसुफी ने गल की है बिल्कुल, अगर कोई अंबिया कराम की गुस्ताखी करे, मैं दस रहा वा ना, दस ਗੱਲ ਸੁਣੋ ਨਾ ਯੂਸਫੀ ਓ ਯਾਰ ਤੂੰ ਖਾਮੋਸ਼ ਰਹਿ, ਤੇਰੀ ਬੀਵੀ ਭੱਜ ਗਈ ਉਹਦੇ ਨਾਲ, ਤੂੰ ਖਾਮੋਸ਼ ਰਹਿ। ਮੇਰੀ ਗੱਲ ਸੁਣੋ ਤਾਹਿਰ ਸਾਹਿਬ, ਮੈਂ ਤਾਂ ਮੁੰਡਾ ਵਾ ਜਾ ਕੇ ਇਹਦੀ ਬੀਵੀ ਭੱਜ ਗਈ ਉਹਦੇ ਨਾਲ, ਟੈਕਸੀ ਚੱਲ ਰਹੀ ਹੈ ਤੁਹਾਡੀ ਕਿ ਨਹੀਂ, ਮਾਂ ਦੀ ਟੈਕਸੀ ਚੱਲ ਰਹੀ ਹੈ, ਮੁਰੱਬੀ ਨਾਲ ਭੱਜ ਗਈ ਹੈ, ਤੂੰ ਪਹਿਲੇ ਆਪਣੀ ਬੀਵੀ ਨੂੰ ਵਾਪਸ ਲੈ, ਮੈਨੂੰ ਤਾਹਿਰ ਨਾਲ ਗੱਲ ਕਰਨ ਦੇ ਯਾਰ। ਤੁਹਾਡੀ ਮਾਂ ਦੀ ਟੈਕਸੀ ਠੀਕ ਚੱਲ ਰਹੀ ਹੈ ਕਿ ਨਹੀਂ? ਭੱਜ ਗਈ, ਮੈਂ ਨਹੀਂ ਕਿਹਾ ਯੂਸਫੀ ਸਾਹਿਬ, ਹੁਣ ਤਾਹਿਰ ਸਾਹਿਬ, ਮੈਂ ਨਹੀਂ ਕਿਹਾ, ਇਹਨੇ ਖੁਦ ਕਿਹਾ। ਓਏ ਭਾਈ ਉਹ ਤੁਹਾਡੀ ਮਾਂ ਦੀ ਟੈਕਸੀ ਠੀਕ ਚੱਲ ਰਹੀ ਹੈਗੀ ਕਿ ਨਹੀਂ, ਇਹ ਦੱਸੋ ਪਹਿਲੇ। ਇਹ ਮਛਲੀ ਮੰਡੀ ਮੁਹੱਲੇ ਵਾਲੇ ਖੁਸ਼ ਨੇ? ਤੁਹਾਡੀ ਵਾਲਦਾ ਦੀ ਟੈਕਸੀ ਦੇ ਨਾਲ ਮੁਹੱਲੇ ਵਾਲੇ ਖੁਸ਼ ਨੇ ਕਿ ਨਹੀਂ, ਇਹ ਦੱਸੋ ਪਹਿਲੇ। ਜਿਹਦੀ ਬੀਵੀ ਆਪਣੇ ਕੰਟਰੋਲ 'ਚ ਨਹੀਂ ਹੈਗੀ, ਮੈਂ ਉਹਦੇ ਨਾਲ ਕੀ ਗੱਲ ਕਰਾਂ? ਤੇਰੀ ਉਹ ਬੀਵੀ ਯਾਰ ਭੱਜੀ ਹੈ ਤੁਹਾਡੀ ਮੁਰੱਬੀ ਦੇ ਮਾਂ ਨਾਲ, ਦੀ ਉਹਦੇ ਨਾਲ ਟੈਕਸੀ ਦਿਨ ਰਾਤ ਠੀਕ ਮੂੰਹ ਚੱਲ ਕਾਲਾ ਰਹੀ ਕਰਦੀ ਪਈ ਹੈਗੀ, ਹੈ। ਕੰਮ ਠੀਕ ਹੈਗਾ ਕਿ ਨਹੀਂ? ਤੇਰਾ ਲੈਵਲ ਨਹੀਂ ਹੈ ਮੇਰੇ ਨਾਲ ਗੱਲ ਕਰਨ ਦਾ, ਤੂੰ ਪੁੱਤਰ ਖਾਮੋਸ਼ ਰਹਿ, ਤੇਰਾ ਲੈਵਲ ਨਹੀਂ ਤੀਜਾ ਮੇਰਾ। ਟੈਕਸੀ ਦਾ ਮੁੰਡਾ ਵਾ, ਅੱਛਾ ਖਾਮੋਸ਼ ਹੋ ਨਾ। ਹੁਣ ਤਾਹਿਰ ਸਾਹਿਬ ਤੁਹਾਡੇ ਮੂੰਹ ਦੇ ਵਿੱਚ ਪਿਸ਼ਾਬ ਹੋਇਆ ਜਾਂ ਨਹੀਂ ਹੋਇਆ? ਇਹ ਗਾਲ ਹੈ ਕਿ ਨਹੀਂ? ਤਾਹਿਰ ਸਾਹਿਬ ਤੁਹਾਡੇ ਮੂੰਹ ਦੇ ਵਿੱਚ ਪਿਸ਼ਾਬ ਕੀਤਾ, ਗਾਲ ਹੈ ਜਾਂ ਨਹੀਂ? ਤੀਜਾ ਟੈਕਸੀ ਦਾ ਮੁੰਡਾ ਵਾ, ਏਜੰਟ ਟੈਕਸੀ ਦਾ। ਤਾਹਿਰ ਸਾਹਿਬ ਤੁਹਾਡੇ ਮੂੰਹ ਦੇ ਵਿੱਚ ਹੁਣ ਪਿਸ਼ਾਬ ਹੋਇਆ, ਤੁਹਾਨੂੰ ਗਾਲ ਲੱਗੀ ਹੈ ਜਾਂ ਨਹੀਂ? ਹਾਂ ਨਾ ਚ ਜਵਾਬ ਦਿਓ। ਤੁਹਾਡੇ ਮੂੰਹ ਦੇ ਇਹ ਜਿਹੜਾ ਵਿੱਚ ਕਿਸੇ ਤੀਜਾ ਬੰਦੇ ਨੇ ਟੈਕਸੀ ਦਾ ਪਿਸ਼ਾਬ ਮੁੰਡਾ ਕੀਤਾ, ਵਾ, ਤੁਹਾਨੂੰ ਗੱਲ ਲੱਗਾ ਜਾਂ ਜਵਾਬ ਦਿਨ ਦਵੋ। ਇਹਦੇ ਓਏ ਤੇਰੀ ਬੀਵੀ ਭੱਜੀ ਏ, ਤੇਰੀ ਬੀਵੀ ਮੁਰੱਬੀ ਨਾਲ ਭੱਜੀ ਏ, ਤੂੰ ਖਾਮੋਸ਼ ਰਹਿ, ਤੇਰਾ ਨਹੀਂ ਲੈਵਲ, ਤੇਰਾ ਲੈਵਲ ਨਹੀਂ ਮੇਰੇ ਨਾਲ ਗੱਲ ਸਲਮਾਨ ਇਹਨੂੰ ਪਹਿਲੇ ਤੇਰਾ ਲੈਵਲ ਨਹੀਂ ਹੈ ਮੇਰੇ ਨਾਲ ਗੱਲ ਕਰਨ ਦਾ। ਆਏ ਅਸੀਂ ਪੀ ਉਹ ਯਾਰ ਯਾਰ ਇਹ ਗਾਲ ਹੈਗੀ ਹੈ ਜਾਂ ਨਹੀਂ? ਹਾਂ ਨਾ ਚ ਜਵਾਬ ਦਿਓ। ਦੱਸਣ ਰਿਹਾ ਵਾ ਨਾ, ਗਾਲ ਦੱਸ ਰਿਹਾ ਵਾ। ਓਏ ਤੇਰਾ ਲੈਵਲ ਨਹੀਂ ਹੈ, ਤੇਰਾ ਲੈਵਲ ਨਹੀਂ ਹੈ, ਤੇਰੀ ਬੀਵੀ ਭੱਜੀ ਹੈ ਮੁਰੱਬੀ ਨਾਲ, ਤੇਰਾ ਲੈਵਲ ਨਹੀਂ ਮੇਰੇ ਨਾਲ ਗੱਲ ਕਰਨ ਦਾ। ਉਹ ਤੇਰੀ ਮਾਂ ਦੀ ਟੈਕਸੀ ਕੰਟਰੋਲ ਚੱਲ ਰਹੀ ਹੈ, ਤੀਜਾ ਮੁੰਡੀ ਤੀਜਾ ਮੁੰਡੇ ਤੇਰੀ ਦੇ ਬੀਵੀ ਉੱਥੇ ਸੁੱਤੀ ਹੈ, ਉੱਥੇ ਕੈਨੇਡਾ ਦੇ ਵਿੱਚ ਠੰਡ ਬੜੀ, ਬਰਫ਼ ਪੈ ਰਹੀ ਹੈ, ਉੱਥੇ ਸੁੱਤੀ ਹੈ ਮੁਰੱਬੀ ਨਾਲ ਜੱਫੀ ਪਾ ਕੇ। ਉਹ ਫੀਜਾ ਟੈਕਸੀ ਉਮੇ ਨੇ ਕਿਹਾ ਸੀ। ਉਹ ਯਾਰ साहब आपने खुद बरात पे बैठ के कहा है कि मेरी बीवी कनाडा गई है, वहीं जाके रह गई है और वहीं मुरब्बी के पास आपने खुद कहा है, आपने खुद जो बात कही है ना उससे डिनाई करो। दूसरा तुम्हारा लेवल नहीं है मेरे से बात करने का। ओ यार मुंडे फीजा मुंडे दी टैक्सी तेरा लेवल नहीं है मेरे ਨਾਲ ਗੱਲ ਕਰਨ ਦਾ। ਤੂੰ ਖਾਮੋਸ਼ ਰਹਿ, ਤੇਰੀ ਬੀਵੀ ਭੱਜੀ ਹੈ ਮੁਰੱਬੀ ਨਾਲ, ਤੇਰਾ ਨਹੀਂ ਇੱਕ ਮਕਸਦ ਹੈ ਕੋਈ ਗੱਲ ਕਰਨ ਦਾ। ਤੂੰ ਆਪਣੀ ਮਾਂ ਦੀ ਟੈਕਸੀ ਦੀ ਗੱਲ ਕਰ ਯਾਰ, ਮੁਹੱਲੇ ਵਾਲੇ ਖੁਸ਼ ਓ ਯਾਰ ਤੇਰੀ ਬੀਵੀ ਭੱਜੀ ਮੁਰੱਬੀ ਦੇ ਨਾਲ, ਤੇਰੀ ਬੀਵੀ ਮੁਰੱਬੀ ਨਾਲ ਸੁੱਤੀ ਪਈ ਹੈ, ਤੇਰਾ ਲੈਵਲ ਨਹੀਂ। ਫੀਜਾ ਦੇ ਮੁੰਡੇ ਦਿਹੜੀ ਟੈਕਸੀ ਚੱਲ ਰਹੀ ਹੈ ਕਿ ਨਹੀਂ? ਯੂਸਫੀ ਸਾਹਿਬ ਤੁਸੀਂ ਇਲਜ਼ਾਮ ਲਾ ਰਹੇ ਜੇ ਸੇਲ ਭਾਈ ਨੂੰ ਆਪਣਾ ਮੌਕਾ ਪੇਸ਼ ਕਰਨ ਦਾ, ਇਲਜ਼ਾਮ ਲਾ ਰਹੇ ਜੇ ਸੇਲ ਭਾਈ ਹੁਣ ਮਾਈਕ ਨਹੀਂ ਖੋਲਣਾ। ਅੱਛਾ ਹੁਣ ਮੇਰੇ ਨਾਲ ਗੱਲ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ ਨਾ ਤਾਹਿਰ ਸਾਹਿਬ, ਤੁਸੀਂ ਮੈਨੂੰ ਪੁੱਛਿਆ ਗਾਲ, ਤੁਸੀਂ ਮੈਨੂੰ ਦੱਸਣਾ ਗਾਲ ਹੁੰਦੀ ਜਾਂ ਨਹੀਂ? ਇਹ ਜਿਹੜਾ ਹੁਣ ਇਹ ਜਿਹੜਾ ਓਏ ਮੈਂ ਦੱਸਣਾ ਨਾ, ਇਹਨੇ ਆਪ ਕਿਹਾ, ਮੈਂ ਨਹੀਂ ਕਿਹਾ, ਇਹਨੇ ਆਪ ਕਿਹਾ, ਇਹਨੇ ਕਿਹਾ ਮੇਰੀ ਬੀਵੀ
ਜਿਹੜੇ ਅਲਫਾਜ਼ ਤੁਹਾਡੇ ਬਾਰੇ ਇਸਤੇਮਾਲ ਕੀਤੇ ਜਾਂਦੇ ਆਪ ਕਿਹਾ ਰੱਬੀ ਨਾਲ ਫਿੱਟ ਹੋ ਗਈ, ਉਹ ਆਂਦੀ ਨਹੀਂ ਪਈ। ਇਸਤੇਮਾਲ ਕੀਤੇ ਜਾਂਦੇ ਤੁਸੀਂ ਅੱਛਾ ਜੀ, ਮੈਨੂੰ ਇਹ ਦੱਸੋ ਕਿ ਤੁਹਾਡੇ ਮੂੰਹ ਦੇ ਵਿੱਚ ਇੱਕ ਬੰਦੇ ਨੇ ਅਗਰ ਪਿਸ਼ਾਬ ਕੀਤਾ, ਤੁਹਾਨੂੰ ਇਹ ਗੱਲ ਲੱਗੀ ਜਾਂ ਨਹੀਂ? ਨਬੀ ਪਾਕ ਦੀ ਲਾਨਤ ਤੇ ਕੁਰਾਨ ਦੀ ਲਾਨਤ। ਤਾਰਿਕ ਸਾਹਿਬ ਇਹ ਤੁਸਾਂ ਜਿਹੜੀ ਗੱਲ ਮੇਰੇ ਕੋਲ ਪੁੱਛੀ, ਦੱਸੋ ਅਸੀਂ ਗੱਲ ਕਰ ਰਹੇ ਹਾਂ ਗਾਲੀ ਦੇ ਉੱਤੇ, ਕਿਸੇ ਨੂੰ ਗਾਲੀ ਨਹੀਂ ਕੱਢਣੀ। ਮੈਂ ਦੱਸ ਰਿਹਾ ਤੁਸੀਂ ਕਹਿੰਦੇ ਜਮਾਤੇ ਅੰਬੀਆ ਦੇ ਬੰਦੇ ਗਾਲ ਨਹੀਂ ਗੱਲ ਦਾ ਕੱਢਦੇ। ਜਵਾਬ ਦੇ ਦਵੋ ਯਾਰ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਗੱਲ ਤੁਹਾਨੂੰ ਗੱਲ ਲੱਗੀ ਹੈ ਨਹੀਂ? ਜੀ अस्सलाम वालेकुम तैयार भाई। ਉਹ ਯਾਰ ਅਸਾਂ ਤੇ ਪਹਿਲੇ ਗੱਲ ਕਰ ਲਈਏ ਨਾ, ਪਹਿਲੇ ਅਸੀਂ ਤੇ ਗੱਲ ਕਰ ਲਈਏ। ਅਸੀਂ ਜਿਹੜੀ ਗੱਲ ਕਰ ਰਹੇ ਹਕੀਕੀ ਔਰ ਸੱਚੇ ਅੰਦੀ ਮੁਸਲਮਾਨ ਭੈਣ, ਮੈਨੂੰ ਇਹਦੀ ਗੱਲ ਦਾ ਜਵਾਬ ਦੇਣ ਦਵੋ ਯਾਰ। ਸਾਨੂੰ ਗੱਲ ਦਾ ਜਵਾਬ ਤੇ ਦੇ ਲੈਣ ਦਿਓ। ਆਪਣੀ ਤੇ ਗੱਲ ਕਰ ਲੈਂਦੇ ਹੋ ਨਾ। ਦੇਖੋ ਤੁਹਾਡੀ ਮੇਰੀ ਇੱਕ ਗੱਲ ਹੋ ਰਹੀ ਹੈ ਇਸ ਮੌਜੂ ਤੇ, ਜਿਹੜੀ ਗੱਲ ਕਰ ਰਹੇ ਪਏ ਪਹਿਲੇ ਉਹ ਮੁਕਾ ਲਈਏ, ਬਾਕੀ ਮੇਰੇ ਦੀ ਗੱਲ ਸੁਣ ਕੇ ਇਹ ਵਿਚਾਰਾ ਲਵਾਰਿਸ ਜਿਹਾ ਬੰਦਾ ਹੈ। ਥੱਲੇ ਜਾ ਕੇ ਬਹੁਤ ਹਾਂ ਤੁਸੀਂ ਮੈਂ ਤੁਹਾਡੇ ਕੋਲ ਪੁੱਛ ਰਿਹਾ ਨਾ, ਮੈਂ ਹੋਰ ਕਿਸੇ ਕੋਲ ਨਹੀਂ ਪੁੱਛਣਾ। ਇਹ ਲੱਗੜ ਬਗੜ ਜਿਹੜੇ ਨਾ, ਮੈਂ ਇਹਨਾਂ ਨਾਲ ਗੱਲ ਨਹੀਂ ਕਰਦਾ, ਇਹਨਾਂ ਦੇ ਲੈਵਲ ਨਹੀਂ ਬਿਨਾਂ ਗੱਲ ਕਰਨਾ। ਤੁਸੀਂ ਮੈਂ ਤੁਹਾਡੇ ਕੋਲ ਜਿਹੜੀ ਪੁੱਛ ਰਿਹਾ ਉਹ ਤੁਸੀਂ ਗੱਲ ਕਰੋ। ਓਏ ਉਹ ਸਹੇਲ ਕੀ ਉਹ ਨਗੱਲਾ ਜਾਂ ਬੰਦਾ ਹੈ, ਨਾ ਕੋਈ ਅੱਗੇ ਨਾ ਪੁੱਛੇ, ਐਵੇਂ ਬੇਜ਼ਮੀਰਾ ਜਾ ਉਹਦੇ ਨਾਲ ਮੈਂ ਠੀਕ ਹੈ। ਉਹ ਨਗੱਲੇ ਨੇ, ਤੁਸੀਂ ਥੱਲੇ ਬੈਠ ਕੇ ਨਾ तैयार भाई ये ਜਿਹੜੇ ਇਹਨੂੰ ਟੈਪ ਕਰਾਓ ਥੱਲੇ। ਸੁਹੇਲ ਮਿਸ਼ਰਾ ਨੇ ਖੁਦ ਪੀਜਾ ਮੁੰਡੇ ਤੇ ਪੀਜਾ ਦੇ ਮੁੰਡੇ ਸੁਹੇਲ ਮਿਸ਼ਰਾ ਖੁਦ ਆਗੇ ਕਹਿੰਦਾ ਰਿਹਾ ਹੈ ਕਿ ਮੇਰੀ ਬੀਵੀ ਨਾਸੀ ਹੈ, ਤੇ ਖੁਦ ਆ ਕੇ ਦੱਸਿਆ ਕਿ ਮੇਰੀ ਬੀਵੀ ਜਿਹੜੇ ਬੰਦੇ ਬਿਲਕੁਲ ਇਸ ਬਦਜ਼ੁਬਾਨੀ ਤਰ੍ਹਾਂ ਕਰ ਦੀ ਰਹੇ ਨੇ ਹੈ ਇਹਨਾਂ ਨੂੰ ਜਿਸ ਸੂਈ ਬਾਜੀ ਨੇ। ਇਹ ਹੋਈ ਕੀਤਾ ਟਾਇਰ ਪਾਇਨ ਹਕੀਕੀ ਔਰ ਸੱਚੇ। ਇਹ ਪੀਜਾ ਦੇ ਮੁੰਡੇ ਨੂੰ ਥੱਲੇ ਬਹਿ ਕੇ ਟੈਪ ਕਰਾਓ ਇਹਨੂੰ। ਮੈਂ ਫਿਰ ਇਹ ਬਰੇਲਵੀ ਮੁਸ਼ਰਿਕ ਹੈਗਾ ਨਾ, ਇਹਨੂੰ ਪਤਾ ਹੀ ਕੋਈ ਨਹੀਂ ਹੈਗਾ। ਜਾ ਕੇ ਤੂੰ ਯਾਰ ਕਬਰਚਾ ਚ ਜਾ ਕੇ ਦਮਦੂਤ ਕਰਾ। ਇਹ ਜਿਹੜੇ ਬੰਦੇ ਬਦਤਮੀਜ਼ੀ ਕਰ ਰਹੇ ਨੇ ਇਹਨਾਂ ਨੂੰ ਤੁਸੀਂ ਗਟਰ ਦੇ ਵਿੱਚ ਕਿਉਂ ਨਹੀਂ ਸੱਟਦੇ, ਜਿਹੜੇ ਗਟਰ ਚੋਂ ਨਿਕਲੇ ਨੇ? ਬਿਲਕੁਲ ਜੀ, ਜੋ ਬਦਤਮੀਜ਼ੀ ਕਰਨਗੇ ਉਸੇ ਵੇਲੇ ਅਸੀਂ ਸੁੱਟਦੇ ਹਾਂ। ਇਹਨਾਂ ਨੂੰ ਗਟਰ ਦੇ ਵਿੱਚ ਨਹੀਂ, ਮੈਂ ਟਾਇਰ ਪਾਇਨ ਇਹ ਗੱਲ ਦਾ ਜਵਾਬ ਦੇਣ ਲੱਗਿਆ ਸੀ। ਇਹ ਜਿਹੜਾ ਯੂਸੀ ਪੀਜਾ ਦਾ ਮੁੰਡਾ ਹੈਗਾ ਨਾ, ਉੱਤੇ ਢੱਕਣ ਦੇ ਦਿਓ। ਢੱਕਣ ਚੁੱਕਣ ਦੀ ਜ਼ਰੂਰਤ ਨਹੀਂ ਹੈਗੀ, ਉੱਥੇ ਮਰ ਜਾਣਗੇ ਗਟਰ ਦੇ ਵਿੱਚ ਹੀ। ਗਟਰ ਦੇ ਵਿੱਚ ਹੀ, ਬਿਲਕੁਲ ਜੀ ਬਿਲकुल। ਇਹ ਜਿਹੜਾ ਯੂਸੀ ਪੀਜਾ ਟੈਕਸੀ ਦਾ ਮੁੰਡਾ ਹੈਗਾ ਨਾ, ਇਹਦਾ ਮੈਨੂੰ ਗੱਲ ਦਾ यार आप देखो, अब ये बंदा किस तरह किसी की माँ को गाली दे रहा है, हालांकि इसकी अपनी करो यार सेल भाई, कनाडा पहुंच गई है रब्बी के साथ। ਗੱਲ ਕਰਦਾ ਤਾਂ ਉਹਦੇ ਨਾਲ ਕਰ ਉਹ ਲਓ। ਆਪਣੇ ਸਾਕੀ ਭਾਈ ਨੂੰ ਗੱਲ ਕਰ ਲੈਂਦੇ ਨਾ, ਇੰਨੀ ਦੇਰ ਦੇ ਆਏ ਨੇ, ਉਹਨਾਂ ਨੂੰ ਫਿਰ ਮੌਕਾ ਨਹੀਂ हाँ जी ਮਿਲਿਆ। साकी भाई तुसी गल करो। ਸਾਕੀ ਭਾਈ ਤੁਹਾਡਾ ਕੋਈ ਗਿਲਾ ਸ਼ਿਕਵਾ, ਨਾਲੇ ਤੁਹਾਨੂੰ ਮੁਬਾਰਕ ਹੋਵੇ ਬਹੁਤ ਜ਼ਿਆਦਾ ਇਸਲਾਮ ਕਬੂਲ ਕਰਨ ਦੀ। ਮੁਬਾਰਕ ਲੈ ਲਓ ਸਾਕੀ ਭਾਈ, ਮੁਬਾਰਕ ਹੋ। ਤੁਸੀਂ ਜਮਾਤ ਅਹਿਮਦੀਆ ਤੋਂ ਐਲਾਨ ਹੋ ਕੇ ਕਰੋ ਜਿਹੜਾ ਤੁਸੀਂ ਕਰਦੇ ਹੋ। ਨਬੀ ਪਾਕ ਦੀ ਨਾਫਰਮਾਨਾ ਦੀ ਸਫਾ 'ਚ ਸ਼ਾਮਿਲ ਹੋ ਗਏ, ਗੁਸਤਾਖਾ ਦੀ ਸਫਾ 'ਤੇ ਸ਼ਾਮਿਲ ਹੋ ਗਏ। ਮੁਬਾਰਕ ਹੋ ਜੀ ਤੁਹਾਨੂੰ। ਉਹ ਬੇਵਕੂਫ ਜਮਾਤ ਬਾਹਰ ਗੱਲ ਕਰ ਨਾ। ਜੀ ਸਾਕੀ ਭਾਈ को ਗੱਲ ਕਰਨੀ है कि नहीं? ये तो जमील बात साहब से कर पूछ रहे दो। हैं। जमील साहब, आपके सामने ये जो सुहेल मिश्रा है, इसने क्या कहा था कि मेरी वाइफ गई ऐसे कनाडा, वहाँ पे जाके रब्बी के साथ ही जाएगी। मैं सुहेल मिश्रा को जानता भी नहीं हूँ और आप मुझसे गवाही मांग रहे हैं। कौन है ये सुहेल? देखो झूठ आपका मलिक साहब पकड़ा गया ना अभी। बगैर वजह से मैं भी जमील साहब से पूछ लूं। नहीं कौन है सुहेल आप मिश्रा? ये सुहेल मिश्रा, ये जो बैठा हुआ है मोहम्मद नाम की आईडी वाला। नहीं यार, मुझे नहीं पता इसने ये ऐसी कोई बात की है। नाम है, मैं तो बहुत कम आता हूँ वैसे टिकटॉक पे। ਲਾਨਤ ਪਾ ਦੋ ਨਬੀ ਪਾਕ ਦੀ ਲਾਨਤ, ਜਿਨੇ ਗੱਲ ਕੀਤੀ ਹੈ, ਤੇ ਕੁਰਾਨ ਦੀ ਲਾਨਤ ਉਹਦੇ ਉੱਤੇ। 586 ਤੇ ਨਾਲੇ ਮਲਕ ਸਾਹਿਬ ਤੁਹਾਨੂੰ ਮੈਂ ਅਕਸਰ ਵੇਖਿਆ ਗੁਫ਼ਤਗੂ ਕਰਦੇ, ਤੁਸੀਂ ਧੀਆਂ ਭੈਣਾਂ ਤੇ ਇਲਜ਼ਾਮ ਲਾ ਦਿੰਦੇ ਹੋ, ਇਹ ਫਲਾਣੇ ਦਾ नहीं नहीं, मैं नहीं लगाया, इन्हें खुद किया है जी। रिकॉर्डिंग मौजूद है ਨਹੀਂ मेरे ਸੇਲ ਸਾਹਿਬ ਤੋਂ ਇਲਾਵਾ ਵੀ ਤੁਸੀਂ मैं ऑन कर रहा हूँ, मैं ਤੁਹਾਨੂੰ ਸੁਣਾ ਦੇਣਾ ਵਾ। ਉਹ ਅਸਲ 'ਚ ਇਹ ਮਸਲਾ ਨਹੀਂ ਹੈ ਤਾਇਰ ਪਾਇਨ ਹਕੀਕੀ। ਇਹਨਾਂ ਦੀ ਮਾਵਾਂ ਬਹਿਨਾਂ ਨਾ ਖਤਮੇ ਨਬੂਵਤ ਦਾ ਨਾਰਾ ਲਗਾ ਕੇ ਮੁਜਰੇ ਕਰਦੀ ਹੈ ਨਾ, ਤਾਂ ਇਹਨਾਂ ਨੂੰ ਆਦਤ ਪੈ ਤੈਰ ਗਈ ਹੈ ਭਾਈ ਮਾਵਾਂ ਬਹਿਨਾਂ ਤੇ। ਤੈਰ ਭਾਈ ना 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 ना, ओ यार मेरी बात सुनो। आप अहमदी हो, आप क्यों नहीं अपने स्टैंडर्ड को लोअर करते हो दूसरों की खातिर? तो सेल भाई ये कैसी समझ नहीं बातें कर रहे हो यार आप? खुदा का खौफ खाओ। और साकिब को क्यों आप तंग कर रहे हो? अगर वो चला गया तो क्यों कहते जी मुबारक करें, आप इस्लाम के नाफरमान हो गए हैं, ताकि जो उसके दिल में आपके लिए इज्जत है और नफरत बढ़ जाए। यार शाबाश। अच्छी बातें करो यार, अगर कोई नहीं, हम जाता है तो तो उसको कहते हैं जाने हदायत, दो। जिसको हदायत मिल जाए वो कबूल करे। हम तो साकी भाई के लिए ही फिर दुआ करते हैं कि अगर वो भटक वो गए हैं अपने लिए तो काफी दुआ कर सकता हूँ, बड़ी उम्मत में चला ਨਹੀਂ गया। ਬੰਬਾਸਟਿਕ ਪਾਇਨ ਮਸਲਾ ਪਤਾ ਕੀ ਹੈ? ਮੈਂ ਇਸ ਲਈ ਮੁਬਾਰਕਬਾਦ ਦਿੱਤੀ ਹੈ ਕਿਉਂਕਿ ਅਸੀਂ ਵੀ ਪਹਿਲੇ ਬਾਤਰੀਆਂ 'ਚ ਬੈਠੇ ਸੀ ਨਾ, ਤੇ ਨਬੀ ਪਾਕ ਦੀ ਗੁਸਤਾਖੀ ਤੇ ਨਾਫਰਮਾਨਾ ਦੀ ਸਫਾ 'ਚ ਸ਼ਾਮਿਲ ਸੀ। ਜਦੋਂ ਜਮਾਤ ਅਹਿਮਦੀਆ ਕਬੂਲ ਕੀਤੀ ਹੈ ਤਾਂ ਫਰਮਾਬਰਦਾਰੀ ਤੇ ਨਬੀ ਪਾਕ ਦੀ ਅਸਲ ਤਾਲੀਮਾਤ ਦੇ ਸਾਇਦ ਤੇ ਆ ਗਏ ਨੇ। ਇੰਨੀ ਗੱਲ ਹੈਗੀ। जो चला गया छोड़ दो, जाने दो, कोई बात नहीं है। अल्लाह ताला रहम करे, सबके ऊपर फजल करे, बस ठीक है।
हदायत जो है वो खुदा ताला के इख्तियार में है। हमारे टिचकरें लगाने से या बातें या चरब जुबानी करने से किसी को हदायत नहीं मिलेगी। हमें अपने आप का नहीं पता कि हम कौन सी रास्ते पे चले हुए हैं। तो इसलिए सबके लिए अच्छी तवक्को रखें और अच्छी बातें करें। अगर आप नहीं कर सकते तो मत बात करो यार, छोड़ दो इन बातों को। काफी गंद बक ली है, माएँ बहनें ये वो सब कुछ कर लिया। ये जमात अहमदिया की तरबियत और ट्रेनिंग नहीं है। हमारे सर पे खलीफा वक्त है जो हर वक्त कंटिन्यूसली आपकी तरबियत का सामान करते रहते हैं और आपके लिए दुआएं करते हैं, और आप जो हैं इनके साथ मिक्स हो गए हैं, दूसरों के साथ, जो कि बड़ी शर्म की बड़ी। तो इसलिए आपसे गुजारिश है, अगर अच्छी बात ਭਾਈ कोई- ਤੁਹਾਡੇ ਵਾਲਾ ਤਾਂ ਉਹ ਹਿਸਾਬ ਏ 100 ਚੂਹੇ ਖਾ ਕੇ ਤੇ ਬਿੱਲੀ ਹੱਜ ਨੂੰ ਚੱਲੀਏ। ਇਹ ਗੱਲ ਤੁਸੀਂ ਪਹਿਲਾਂ ਨਹੀਂ ਸੋ ਕਰ ਸਕਦੇ। ਹੁਣ ਜਦੋਂ ਉਹਨਾਂ ਪੂਰੀ ਦੁਨੀਆ ਦਾ ਬਲੰਗ ਬੋਲ ਛੜਿਆ, ਹੁਣ ਤੁਸੀਂ ਹਦਾਇਤ ਵੀ ਸੁਣਾਉਂਦੇ ਹੋ ਕਿ ਸਾਡੀ ਹਦਾਇਤ ਇਹ ਵੇ। ਬੜੇ ਬੇਵਕੂਫ ਬੰਦੇ ਹੋ ਕਿਹੜੇ ਜੀ 100 ਯਾਰ ਤੁਸੀਂ ਖਾ ਤੇ। ਕੇ ਤੇ ਬਿੱਲੀ ਹੱਜ ਨੂੰ ਚੱਲੀ, ਉਹ ਕਿਹੜੇ ਨੇ ਜੀ ਉਹ? जी जी, तो इसलिए बात यह है कि अच्छे तरीके से बात करें। जी हम तो किसी को- प्यार मोहब्बत बांट रहे हैं, इधर बैठे हुए हैं, कोई हाँ, गाली नहीं दे रहे। ਨਹੀਂ ਅੱਧਾ ਘੰਟਾ ਹੋ ਗਿਆ ਤੁਸੀਂ ਬਕਵਾਸ ਵੀ ਕਰਦੇ ਹੋ। ਕਦੀ ਕਿਸੇ ਨੂੰ ਕੋਈ ਗਾਲਾਂ ਕੱਢਦੇ ਹੋ, ਕਦੀ ਕਿਸੇ ਨੂੰ ਕੋਈ ਗਾਲਾਂ ਕੱਢਦੇ ਹੋ। ਹੁਣ ਤੁਸੀਂ ਕਹਿ ਰਹੇ ਹੋ ਕਿ ਇਹ ਸਾਡੀ ਤਰਬੀਅਤ ਚ ਨਹੀਂ ਹੈ ਕਿਸੇ ਨੂੰ ਚਲੋ ਗਾਲ ਭਾਈ ਕੱਢਣੀ, ਸਾਹਿਬ, ਉਹ ਕੀ ਕਰਦੇ ਹੋ? सुने सुने ओ यार मुझे नहीं सुने निकालनी, एक दूसरे अब्दुल्ला को भाई क्यों निकाल साहब, रहे हो? आपको अगर बुरा लगा है यहाँ, मैं कह रहा हूँ एक दूसरे को यार, क्यों निकाल आप- रहे हो गालियाँ? अगर आपने मुझे नहीं दी तो एक दूसरे को क्यों आपका ये गालियाँ निकाल रहे बिजनेस हो? नहीं है। आपके आपकी लिए तो मेरी बात सुने, आपको तो हिदायत ही नहीं मिली गालियों की, आप फिर क्यों निकाल? आप नमक हराम हो ना, फिर आपको क्या नहीं मिली? आप क्यों गालियाँ निकाल रहे हो एक दूसरे को? अगर आप हमें नहीं निकाल रहे, एक मिसाल है, तुम्हें क्या एक तकलीफ है दूसरे यार? को निकाल ओए, रहे हो, इसको नीचे उतार दो यार। तो फिर आपने काम और मतलब जो भी जिसको मानते हैं तो आप उनकी हिदायत क्यों यार, निकाल रहे? उनकी तेरा क्यों कोई नहीं मान रहे? बिजनेस नहीं है। तुम जिसको अपना नबी मानते हो उसकी तरबियत पे चलो ना, चल के दिखाओ उसकी उसवा सना पे। एवें मामे खान बन जाते ने, चल के मत चूहे खोती ते किले कमियारी। जो ऐसे फसादी होते हैं ना उनके साथ बात ही ना करो। आप इनको ज्यादा है, इनको ज्यादा है। अभी तो आप अखलाकियात का दर्स दे रहे थे, अभी एकदम आप यहाँ पे आ गए हैं कि अच्छा यूसुफ किले कमियारी। भाईजान अभी आप अखलाकियात का दर्स दे रहे थे। अस्सलाम वालेकुम भाईजान, अस्सलाम वालेकुम भाईजान। जी वालेकुम ਸਾਨੂੰ ਵੀ 1 ਮਿੰਟ ਦਿਓ ਭਾਈਜਾਨ, 1 ਮਿੰਟ ਦਿਓ ਭਾਈਜਾਨ। जी करो जी गल भाईजान, करो बात। ਇਹ ਭਾਈ ਉੱਪਰ ਜਿਹੜੇ ਨੇ ਮਿਸਟਰ ਬੰਬ ਸਟਿਕੇ, ਕੀ ਨਾਮ ਇਹਨਾਂ ਦਾ, ਕੀ ਨਾਮ ਇਹਨਾਂ ਦਾ? ਜੀ ਜੋ ਵੀ ਨਾਂ ਹੈ ਤੁਸੀਂ ਆਈਡੀ ਵਾਲਾ ਨਾਂ ਲਓ, ਜਿਹੜੇ ਹੀ ਉਹਨਾਂ ਦੀ ਦੱਸੋ ਜੀ ਨਾਂ ਹੈ। ਚਲੋ ਆਈਡੀ ਵਾਲਾ ਨਾਮ ਲੈਂਦੇ, ਪਹਿਲਾਂ ਤੇ ਬੜੀ ਅੱਛੀਆਂ ਗੱਲਾਂ ਕਰ ਰਹੇ ਸਨ, ਤੇ ਬਾਅਦ ਚ ਇਹ ਵੀ ਤੁਹਾਡੀ ਸਾਥ ਸਾਡਾ ਇਹ ਸੇਵਾ ਹੈ ਕਿ ਅਸੀਂ ਬਦਤਮੀਜ਼ੀ ਸਾਡਾ ਇਹ ਜਿਹੜਾ ਸਾਡੇ ਨਾਲ ਕਰੇ ਤਾਂ ਫਿਰ आप जिसको ਯਾਰ ਮੈਨੂੰ ਉਹਨਾਂ ਨਾਲ ਗੱਲ ਤੇ ਕਰਨ ਦਿਓ, 1 ਮਿੰਟ ਦਿਓ ਤਾਂ ਸਹੀ ਭਾਈਜਾਨ, 1 ਮਿੰਟ ਦਿਓ ਤਾਂ ਸਹੀ ਭਾਈਜਾਨ। जी जी बोले बोले 6 मिनट लो ਜੀ मिनट ਭਾਈਜਾਨ ਮਿਸਟਰ ਆਪ ਕਰੋ ਗੱਲ। जी जी फरमाइए जी। ਸਰ ਤੁਸੀਂ ਪਹਿਲਾਂ ਬਹੁਤ ਅੱਛੀ ਗੁਫ਼ਤਗੂ ਕੀਤੀ, ਇਨਸਪਾਇਰ ਕੀਤਾ ਲੋਕਾਂ ਨੂੰ, ਬਾਅਦ ਚ ਤੁਸੀਂ ਵੀ ਉਹਨਾਂ ਦੀ ਸਾਫ ਨਿਕਲ ਗਏ ਹੋ। बात ਤੁਸੀਂ ਵੀ ये ਅੱਛੀ है, ਪੂਰੀ ਗੱਲਾਂ। ਮੇਰੀ ਗੱਲ 1 ਮਿੰਟ ਮੈਨੂੰ ਦੇਣਾ, ਫਿਰ ਬਾਅਦ ਚ ਮੈਂ ਤੁਹਾਡੀ ਸੁਣਾਂਗਾ ਘੰਟਾ। अच्छा अगर मिनट ਤੁਸੀਂ ले ਬਾਅਦ ਚ आने ਉਹਨੂੰ ਤੁਸੀਂ ਕਹਿ ਰਹੇ ਲੈਣਾ ਨੀਚੇ ਉਤਾਰ ਦਿਓ। ਇਹਦਾ ਮਤਲਬ ਜਿਹੜਾ ਬੰਦਾ ਤੁਹਾਡੇ, मैं ਮੇਰੀ ਗੱਲ म्यूट ਸੁਣ, ला लेना ਤੁਸੀਂ ਮਿੰਟ ਲਓ ਜੀ। ਇਹ ਹਾਂਜੀ ਇਹ ਲਾਓ ਮਿਊਟ। ਫਿਰ ਆਪਣੇ ਭਾਈ ਭਾਈ ਉਹਨਾਂ ਦੀ ਇਹ ਗੱਲ ਬੜੀਆਂ ਅੱਛੀਆਂ ਗੱਲਾਂ ਕਰ ਰਹੇ ਸਨ, ਤੇ ਬਾਅਦ ਚ ਜਿਹੜਾ ਬੰਦਾ ਇਹਨਾਂ ਨਾਲ ਸੱਚੀ ਗੱਲ ਕਰਦਾ ਹੈ ਜਾਂ ਇਹਨਾਂ ਨਾਲ ਔਖਾ ਸਵਾਲ ਕਰ ਦਿੰਦਾ ਉਹਨੂੰ ਫੌਰਨ ਥੱਲੇ ਲਾ ਦਿੰਦੇ ਨੇ, ਇਹ ਤੇ ਜ਼ਿਆਦਤੀ ਹੈ ਨਾ। ਨਹੀਂ ਅਸੀਂ ਸਾਡੀ ਮੁਨਾਫਕਤ ਹੋ ਗਈ ਨਾ। ਸਾਡੇ ਕਾਬਰਿਆਂ ਦੀ ਤਸਵੀਰ ਲੱਗੀ, ਅਸੀਂ ਇੱਥੇ ਬਦਤਮੀਜ਼ੀ ਨਹੀਂ ਹੋਣ ਦੇਣੀ ਨਾ। ਤੁਸੀਂ ਤਾਂ ਗਾਲਾਂ ਕੱਢਦੇ ਪਏ ਹੋ ਉਹਨਾਂ ਦੀ ਤਸਵੀਰ ਦੇ ਸਾਹਮਣੇ। ਤੁਹਾਡਾ 1 ਮਿੰਟ ਪੂਰਾ ਹੋ ਗਿਆ ਭਾਈ ਜੀ ਸਾਹਿਬ। ਕਿੰਨੇ ਗਾਲ ਕੱਢੀ ਨਹੀਂ ਅਜੇ ਹੈ ਕੁਝ ਸੈਕਿੰਡ, 1 ਮਿੰਟ ਦਿਓ। ओ यार ठहरो, ऐसे बंदे के साथ बहस नहीं किया करते, खुदा का खौफ खाओ। इनका मकसद ही यही है कि आपको इंडल्ज करना। वो कहता है कि ये जो सवाल है ये बड़ा मुश्किल सवाल हम पूछते हैं और तुम नीचे उतार देते हो। उनके नजदीक ये बड़ा इंटेलिजेंट और मुश्किल सवाल। ਭਾਈजान ਤੁਸੀਂ ਪੁੱਛੋ ਸਵਾਲ ਜੋ ਪੁੱਛਣਾ ਚਾਹੁੰਦੇ ਹੋ, ਮੇਰੇ ਨਾਲ ਕਰੋ। हमने कोई आपसे मसला नहीं कुछ होगा। नहीं पूछना मेरे भाई, आप जाएं मौज करें। आपकी औकात ही नहीं है पूछने की भाईजान। अच्छा जी आपके पास जज़ाकल्लाह, इल्म बड़ी नहीं है। मेहरबानी भाई। ਮਿਸਟਰ ਬੰਬਾਸਟਿਕ ਹਕੀਕੀ ਔਰ ਸੱਚੇ ਹਿੰਦੀ ਮੁਸਲਮਾਨ ਭਾਈ, ਮਸਲਾ ਇਹ ਸੀ ਕਿ ਸਾਰਾ ਦਿਨ ਖਾਲੀ ਕਮਰਿਆਂ 'ਚ ਬਹਿ ਕੇ, ਖਾਲੀ ਕੁਰਸੀਆਂ ਦੇ ਨਾਲ ਬਹਿ ਕੇ, ਆਪਣੀ 7-8 ਬੰਦੇ ਲੈ ਕੇ ਬਰਾੜਾ 'ਚ ਆਪਸ 'ਚ ਇੱਕ ਦੂਜੇ ਨੂੰ ਟੱਕਰਾਂ ਮਾਰ ਰਹੇ ਸੀ। ਤੇ ਹੁਣ ਉਹ ਸਾਰਾ ਦਿਨ ਦਾ ਇੱਕ ਜਿਹੜਾ ਹੁੰਦਾ ਨਾ ਡਿਪਰੈਸ਼ਨ, ਉਹ ਕੱਢਣ ਆ ਰਹੇ ਨੇ। ਤਾਹਿਰ ਸਾਹਿਬ ਦੀ ਬਰਾੜ ਲੱਗੀ मेरा ਹੈ। जमील साहब से एक क्वेश्चन है।
ये असल में सारा दिन जो है ना वो शात में रसूल और इस्लाम के ऊपर हमले ताहिर 139 और सारे जो अहमदी भाई है ना, इनकी मौत इसी में ही है कि अगर जैसे ही पता चले कि ये आप में रखना डालने की कोशिश कर रहे हैं और फजूल और ला यानी गुफ्तगू कर रहे हैं, इनको उतार दे, मत बात करें। इसी में इनकी मौत है। ये मर जाएंगे, सुसरियों की तरह सो जाएंगे। नहीं, असल में ये जड़ा मलिक कैसर बैठिया सी ना, मसला ये सी कि इधर जो है ना वो बीवी पड़ोसी दे नाल फड़ी गई हैगी, तो इधर सिस्टम दा प्रॉब्लम हो गया हैगा। हुण इदी बीवी असी तो नहीं फड़ाई ना, ये आप अपने घर दे मसले हल करें, अपने घर दे मसले दफा कर यार, ना करो यार बात। मेरा एक क्वेश्चन है जमील साहब से। जमील साहब, आपकी पैदाइश हीरा मंडी की है, आप जरा ये बताएंगे जरा प्लीज। मुझे कह रहे नहीं नहीं, ये बहुत गंदा इंसान है, गुस्ताख रसूल है, शातमे रसूल है, ये बदतरीन इस्लाम का दुश्मन है। मैंने तो कोई गुस्ताखी नहीं की, मैंने सिर्फ जमील साहब को पूछा कि आपकी पैदाइश हीरा यार नहीं होन भाई नहीं यार, एक मोहतरम खातून आई हैं, मैडम आई हैं, तो एहतियात करें जी सारे भाई। बिल खबरदार मैडम नहीं आई हूँ मैं, माशाल्लाह मुबारकबाद देने आई हूँ। मैं बिज़ी थी, काफ़ी देर से सुन रही थी, और जिस तरह से आप लोगों ने सबको टैकल किया, वो कोई भाई बोल रहे थे कि गालियाँ दी हैं नबियों को, और अगर मतलब अल्लाह भी माफ़ कर देता है। सच्चे बयान अस्सलाम वालेकुम रहमतुल्लाह, हम वालेकुम सलाम करते हैं शुरू भाई, एक मिनट बात तो पूरी करने देना। अगर हमने कोई आपसे बोल रहा था ना, आपसे हाँ भाई बस करे, छोटे भाई नहीं माफ, लेकिन जो वो बंदा बोल रहा था ना, मैं उसको ये कहना चाहती हूँ कि आप लोग जो बार बार कहते हो कि गालियाँ दी, आज अभी मेरे मुंह से कुछ गलत निकल जाए तो क्या आप लोग सारी ज़िंदगी मुझे बख्शोगे नहीं? एक बंदा उसकी माजरत कर चुका है। अगर हम नबी अकरम सल्लल्लाहु अलैहि वसल्लम को गालियाँ देने वाले होते तो ये रोज़ाना आप लोग सुन रहे होते, लेकिन आप लोगों ने इतनी अच्छी तरह से टैकल किया है ना कि दिल खुश हो गया माशाल्लाह। और यही तरीका है, बाकी ये लोग बोर हो गए थे तो आप लोगों के पास आए थे, बट मुझे बहुत हंसी आ रही थी। यही हमने इन्हें कोई गुस्ताखी नहीं की, बल्कि हमारे तो हज़रत मसीह सुन रही थी तो मैं बिजी थी, मैं आना चाहती थी, बताऊं आके। वेल डन, गुस्सा आ जाता है। तो सदर साहब, हकीकी और सच्ची अहमदी मुस्लिमा, जब मतलब कोई अहमदी जो हाँ मुसलमान जो है वो सोच भी नहीं सकता। हम लोग तो ला इलाहा इल्लल्लाह के ऊपर जाने दे रहे हैं, नबी पाक की वो एक ही चीज के पीछे पड़ गए ना पीछे, तो वो ना पड़े ना, अब छोड़ दें। अब एक बच्चा है, उसने माजरत भी कर लिया, आप लोग अब भूल जाएं उस बात को। आप लोग रिपीट करते हैं तो वो बेइज्जती होती है। खुदा न खास्ता नबी अकरम सल्लल्लाहु अलैहि वसल्लम की इज्जत इतनी ऊंची है कि कोई भी उसको ख़राब नहीं कर सकता। तो मेरे मुसलमान गैर अहमदी भाइयों असल में मसला ये जो बरेलवी और ये जो कब्र पुजे है ना, ये असल में यार मेरे भाई आपको समझाया भाई, मत डिस्कस करो यार उनको। सोहेल भाई, आप लोगों ने पहले डिस्कस नहीं किया उनको, अच्छे तरीके से बात करो, छोड़ दो यार। आपने उन लोगों, हज़रत मसीह मौद के आने का मकसद क्या है तुम्हें पता है? आपको हरगिज किसी ने नहीं कहा कि मुसलमानों से नफरत करो। ये जमात मकसद नहीं है किसी भी तरीके से। ताहर भाई मनु किने उतारता है थले की हो गया, मैं की गलती कर चल यार, कोई बात नहीं, आ गया तू यार। अहमदी मुसलमानों से एक रिक्वेस्ट करूंगी कि प्लीज ये जो एक बात ये ना उसको छोड़ दें। अहमदी मुसलमान कौन होते हैं और दूसरे मुसलमान कौन है? ये दो तरह के मुसलमान। वो तो भाई मेरे भाई आपको जवाब दे देंगे। जो गैर अहमदी मुसलमान भाई हैं ना, उनसे रिक्वेस्ट करूंगी कि इस टॉपिक को अब छोड़ दें, भूल जाएं। इंसान जो है पहल मैं उन साहब का नाम भी नहीं लेना चाहती, उन्होंने पहल नहीं की थी, किसी और ने आकर जो है वो अल्फाज किए थे, और वो कभी भी इसके ऊपर नहीं इतरा रहे कि मैंने बहुत अच्छी बात की है। वो बच्चा शर्मिंदा हो रहा है बार बार, तो अल्लाह भी माफ़ कर देता है। आप लोग भी छोड़ दें, ना दोहराएं उस बात को। जज़ाक अल्लाह, बस मैं ये कहना वालेकुम अस्सलाम व रहमतुल्लाहि व बरकातुहू। जी क्या हाल है सब भाइयों का? जी ठीक ठाक, आप सुनाओ? अल्हम्दुलिल्लाह। मैंने वो जो ट्रूथ सर्चर बाजी बैठी हैं उनसे थोड़ी सी बात करनी है, क्योंकि मेरे पास उनका कोई कांटेक्ट नहीं है, तो मैंने यहाँ उनको देखा तो मैंने कहा यहीं पे कर लूँ। बहन आप अपना थोड़ा तारफ करवा दें उन्हें, आप अहमदी हैं, कौन सा मसला? माशाल्लाह।
ये करें, उनसे बात कर लें, लेकिन हाँ हकीकी, अगर आप अहमदी के साथ हकीकी और सच्चे अहमदी मुसलमान कह दें तो अच्छा लगता है, जरा सुनने में अच्छा अच्छा यार, ठीक है जी, अहमदी हकीकी और सच्चे मुसलमान जी, हाँ जी कह दिया। सोहेल भाई छेड़ने की नहीं हो रही बिल्कुल भी। जी वो बाजी से बात कर लें आप। हाँ जी, ट्रुथ सर्चर सिस्टर, उस दिन आपको याद होगा कि हम लोग आपकी ब्रॉड पे आए थे, तो मकसद सिर्फ ये था कि एक हमारी कुरान की ब्रॉड चल रही है, तो क्योंकि आपके पास अल्लाह के फजल से काफ़ी इल्म है और आप ग्रामर भी जानती हैं, तो मकसद ये था कि एक हमारी औरतों की ऐसी भी महफिल हो जिसमें एक दूसरे को हम कुछ सिखा सकें या सीख सकें, ठीक है जी जी। लेकिन अनफॉर्चुनेटली आपने कुछ ऐसी गैरज जमात बहनों को लिया और फिर माहौल जो हुआ वो आपने देखा, क्योंकि हमारी बहुत अच्छे फेज़ पे में बात हो रही थी और बहुत शाइस्ता तरीके से कोली बाजी भी थी और आप भी थी, जो कि हमारी थोड़ी नॉलेज रखने वाली बहनें हैं, मिसेस राशिद थी, और बहुत अच्छे तरीके से हम लोग आपस में, जैसा कि हम लोगों की रिवायत है, जमात अहमदिया के लोग अच्छे तरीके से बात करते हैं और हज़रत मसीह मौद को मानने की निशानियों में भी ये भी आता है कि वो हम लोगों में एक चेंज लोगों दूसरे लोगों की निस्बत होना चाहिए। लेकिन जब आपने वो हम लोगों के लिए ब्राड लगाई थी या हम लोग बैठे थे और वो दूसरी बहनें आई और जो उन्होंने अपना जो उनकी पहचान थी या उनका तरीका था वो उन्होंने दिखाया, तो मेरी ये एक तो बहुत दिल आज़ारी हुई हम सब की, वो हमें बात नहीं करने दे रही थी और जो कुछ वो कर रही थी वो भी आपने नोट किया होगा। तो मेरी ये बस रिक्वेस्ट है कि अगर आइंदा कभी आपके पास हमारी अहमदी बहनें आएँ तो आप गैरज जमात बहनों को लेने से गुरेज करिएगा, और जब गैरज जमात बहनें बैठी हों तो उनका हक़ है वो अपने ख्यालात का इजहार करें, आप बेशक हम लोगों को ना माजरत कर दीजिएगा, जज़ाकल्लाह, क्योंकि वो नहीं माहौल सिस्टर, बारी बारी चलें ले लें उन्हें, मतलब कि अगर कोई गाली नहीं दे रहा तो उनसे बात हो सकती है, लेकिन हमारी बहनों वो की गाली, ये इज्जत गाली करवाना जो है ना होती है, सबसे ये गाली पहला होती मकसद है। होना चाहिए। मैं आपको जवाब देती हूँ बेटा। अब ये मलक कैसर साहब रिक्वेस्ट डाल रहे हैं, अब हम इन्हें नहीं लेंगे क्योंकि हमारी बहनें बैठी हैं, ये बदतमीजी करेंगे, तो हम नहीं ले रहे ना उन्हें ऊपर। इंशाल्लाह मुझे पूरी उम्मीद है, ताहिर भाई बात कर रहे हैं, कि अगर आप ले भी लेंगे तो वो ऊपर आकर बहनों की मौजूदगी में गाली नहीं देंगे, मुझे अल्लाह के फजल से पूरी उम्मीद है। अच्छा सुबह बच्चे, सुबह सवेरे, एक तो उस दिन जो मैंने ब्रॉड लगाई थी ना, जी आप शुरू से साथ थे, शायद आपको पता होगा कि हाँ वो जी, ब्रॉड हाँ जी बिल्कुल एक जनरल टॉपिक था। जी उसके बाद जो है ना हम बहुत डिटेल में तो नहीं जाऊंगी, लेकिन हम लोग ऐसी जमात से हैं कि जो दूसरे को बाद में कहता है पहले अपने आप को देखता है। जी जो एक तो ये कि मुझे बिल्कुल भी इसकी प्रैक्टिस नहीं है ब्रॉड लगाने की, और माजी से भी सीखा है, हाल में भी सीख रही हूँ, मुस्तकबिल में भी सीखूंगी, लेकिन एक तो ये कि वो ब्रॉड सिर्फ गाने जब मैंने को लगाई अपनी थी ना, मोटिवेटर बनाए ना, वो आपको सिखा देंगी सब कुछ है। हमारी बहनें अल्लाह ताला के फजल से उनमें बहुत इल्म है, वो आपको सब कुछ बता देंगे बरात के बारे में। एक मिनट ताहिर भाई, नीचे ना एक नुसरत बेगम साहब नाम की आई हैं, उनको उठाइएगा ना, वो राव नहीं में हाँ जी, वो आप ना कर सकते हैं, उन्हें भी वो किया आपसे। जी मैंने वो कर दिया, उसको मैंने डिक्लाइन कर दिया, मैंने कहा भाई गलती से ना उठा ले। ताहिर भाई हकीकी और सच्चे, अगर सिस्टर की कोई महफिल लगानी है तो अगर कोई बहनें ऊपर आना चाह रही हैं तो उनको बेशक ले लें, तो मैं भी नीचे जाता हूँ। नहीं, ये बाजी राशिद आई है, इन्होंने अगर आना तो आ जाए ऊपर। ठहरो बात सुनो गलतफहमी अगर कोई ट्रूथ बाजी ना मेरी हमने बात कोई का गलत जवाब फहमी लेने यहाँ पे की। क्लियर नहीं करनी, बिल्कुल भी नहीं। यार फाइटर तुसी ऊपर आना से मैं नहीं चला जाता यार फाइटर। उनको बात कर लेने दें बाजी को। जी करें आप। जी बाजी बताएं। अच्छा ताहिर, हमारे बेटा कोई है ही नहीं गलत फहमी, तो हमने क्लियर क्या करनी है? अच्छा यही चाहते हैं हम ना बाजी, यही बात चाहते हैं। स्पेशली मैं आपकी ब्रॉड बस पे मैंने एक मैंने आना रिक्वेस्ट था। करनी थी, तो मेरा क्योंकि अच्छा, फोन सुनो। पे नहीं रहा, तो मैं इसलिए यहाँ पे आपके मैं आपको तवज्जुह अपना से- नंबर भेज देती हूँ, आप इसे राशि से लेना, लेकिन मैं आपको बता देती हूँ कि उस दिन जब मैंने ब्रॉड लगाई थी ना, तो एक तो जनरल टॉपिक था, दूसरा मुझे बहुत खुशी हुई थी कि मेरी बहनें आई हैं मेरे पास, लेकिन उससे पहले मेरी कोई प्लानिंग नहीं थी, उससे पहले मैंने आदमियों को भी उठाया था। लेकिन मेरी ख्वाहिश ये है कि जब हम लोग कुरान की क्लास लगाएंगे
तो ठीक है, सिर्फ हम लोग बैठ जाएंगे अहमदी बहनें, लेकिन हम लोग सुबह सवेरा हम लोग एक पढ़े लिखे लोग हैं, हमें अपने आपस में इस तरह से सेटिंग करनी होगी कि हम लोग जंगल में केज की तरह एक दूसरे को बंद नहीं करेंगे कि एक दूसरे पे गुर्राते रहें, बल्कि एक जगह पे आराम से सिविलाइज्ड गुफ्तगू करके दिखाएंगे, एक नमूना बनाएंगे कि हम आराम से बैठ के बात कर सकते हैं। कुछ चीज़ों का हमें एहतियात करनी होगी, कुछ चीज़ों का दूसरी तरफ से भी एहतियात करवानी होगी, और फिर देखना शुरू में होगा, ठीक है, लेकिन इंशाल्लाह देखना कि हमने एक दूसरे को अगर पैगाम पहुंचाना है तो एक दूसरे से अलग अलग बैठ के नहीं अगर पैगाम कोई ना पहुंचाना। नीचे कमेंट्स गैर महजब कर रहा है तो मॉडरेटर जो है ना वो उसे प्लीज़ म्यूट कर दें या ब्लॉक कर दें, हमारी तरफ से पूरी इजाज़त है। अगर कोई फेक आईडी होगी तो वो कर सकती है, देखिए, अल्लाह के जब फजल से आपने कोई अलीम नहीं भाई की करेगा। ब्रॉड पे जो भी सारा आपने मामला किया उसमें हम सब ने आपकी हिमायत की, क्योंकि सच्चा मुसलमान वही है जो सच का साथ देता है। तो लेकिन वो जो हमारी आपस में गुफ्तगू हो रही थी उसके अंदर अगर भाई कोई गलती करते हैं तो हम उनके ज़िम्मेदार नहीं हैं किसी तरीक़ा से भी। अल्लाह ताला ने इंसान मुसलमान से उसके अमाल का हिसाब लेना है, ना कि इसीलिए अगर मैं आपको भेजूंगी रिकॉर्डिंग, जी मैंने आखिर में कुछ चीज़ें बताई थी और कही थी, और आप भी मुझे बताना कि हम लोग कुछ चीज़ों को के ऊपर पाबंदी करेंगे। एक तो ये कि हम अपने भाइयों की ज़िम्मेदार नहीं हैं, जी ठीक है, वो माशाल्लाह अल्लाह सलामत रखे, वो अपनी जंग लड़ रहे हैं, लड़ते रहें, लेकिन जब हम तमीज़ से बैठ के एक प्लान करके, ऐसी ब्रॉड भी होनी चाहिए जहाँ पर अहमदी मुसलमान गैर अहमदी मुसलमान बहनें बैठ के अच्छे से डिस्कस करें। और उसके अंदर ये था कि मैं अगर नीचे उतार देती, लेकिन मेरा हौसला नहीं पड़ रहा था, वहाँ पर मैं थोड़ी सी बाइस हो गई थी कि नहीं यार, मैं ये तो मेरी अहमदी बहन है, इसको कैसे उतारूँ। लेकिन बाद में मुझे सबने कहा कि उस वक़्त उतार देते हैं और वो कोई बुरा नहीं मनाता। नहीं, अच्छा, वो मेरी तो ना जब वो अम्मा उन्होंने हॉस्पिटल में जिस तरह की गुफ्तगू शुरू वहाँ हुई से थी, कॉल आ रही है, मैं हाँ तुम कोली कंटिन्यू, मैं आपको अपना बाजी, नंबर भेज दूंगी। हाँ कोली बाजी खुद ही उतर गई थी और फिर हम भी चले गए थे। एक मिनट, मैं सिर्फ 30 सेकंड लेता हूँ क्योंकि मैंने भी जाना। सबसे बड़ी बात यह है कि जो जमात अहमदिया की जो बहनें हैं ना, इनको ना तो अहमदियों की ब्रॉड पे जाना चाहिए ना गैर अहमदियों की। जो मेरी अंडरस्टैंडिंग है, शायद मैं गलत हूँ या भूल गया हूँ, जो कोई खलीफा वक्त का जो अहकामात है वो यही है कि मिक्स गैदरिंग नहीं होनी चाहिए। औरतों को मर्दों को ना तबलीग करें और मर्दों को औरतें ना करें, क्योंकि यहाँ पे तो वैसे ही बड़ा गंदा एनवायरनमेंट है, चाहे अहमदी मर्द हो तो चाहे गैर अहमदी हो, फिर वो परवाह नहीं करते कि आगे औरत है कि कौन है। और उम्मे रबाब की एग्जाम्पल है। और इसी तरह मिसेज रशीद ने इतनी अच्छी ब्रॉड है उनकी, वो कुरान और नज़में बड़ी अच्छी ब्रॉड है, वो चलाती हैं, और लोग उनके मुतल्लिक भी बकवास और मुंह चलाना शुरू हो गए। तो हमें अपनी बहनों की इज्जत बड़ी अजीज है। आप लोग एक बड़ी कीमती चीजें हो अपने भाइयों के लिए, हमारे लिए, इसलिए हम चाहते हैं कि कोई आपका नाम भी ना ले, कोई आपकी आवाज भी ना गैर मर्द सुने। इन द सेंस कि आपको ना तो अहमदियों की ब्रॉड पे जाना चाहिए ना, आपके पास अब इतनी अच्छी अपनी ऑर्गेनाइजेशन है लजना मामला की, आप औरतों की आपस में ब्रॉड लगाएं। अगर कोई गैर अहमदी औरत आती है तो बेशक बिस्मिल्लाह उन्हें ऊपर ले, उनके साथ बात करें। ये बंदों में आना, उनसे इंडल्ज होना, भाईजान ये वो, ये ऐसे आस्तीनों के सांप हैं, ये बाद में इन्होंने आपके खिलाफ ही बातें करनी है और ये किसी को नहीं बख्शेंगे। तो मेरी तो ये गुजारिश है कि खलीफा वक्त के अहकामात पे चलें, तो उसी में ही बरकत है। जहां तक मर्दों को तबलीग करने की जरूरत है तो वो है काफी मर्दों में, जमील तो भाई, आप अब लोग सिर्फ औरतों को। आपकी बात का मैं अब जवाब दूंगी कि हम कभी अब मर्दों की ब्रॉड पे नहीं जाते, ये आपको मैं बता दूं, क्लियर कर दूं। जब 7-8 महीने से हम लोग सिर्फ अपनी कुरान क्लास की या कोली भी पॉजिटिव की ब्रॉड पे हम जाते हैं। दूसरे, मैं जो यहाँ आई हूँ, मैंने पहले ही कहा है कि मैंने सिर्फ ट्रुथ सर्चर बाजी जो यहाँ मर्दों की ब्रॉड पे बैठी हैं, क्योंकि मेरा उनसे कोई प्राइवेट राब्ता नहीं है, तो मुझे तकलीफ़ थी क्योंकि इन्होंने ब्रॉड लगाई
اور ہم ان کی براڈ پہ گئے کہ ہم احمدی بہنیں بیٹھ کے اپنی گفتگو کریں گی، تو میں نے ان سے ایک کلیئر کرنی تھی بات، اس لیے میں اس براڈ پہ آئی، ورنہ میں نے کسی بھائی کو نہ مخاطب کیا ہے، نہ میں نے کسی بھائی سے بات کی ہے، میں نے صرف ٹروتھ جی جزاک اللہ، میں جانتا ہوں آپ نے جو کہا بالکل ٹھیک ہے. جزاک ٹروتھ سرچر بہن کے لیے یہ میرا میسج تھا ایکچولی. لیکن اگر وہ یہ بات نہ مانے اور وہ کہتی ہیں کہ میں نے اپنی براڈ لگانی ہے اور مکس لگانی ہے، تو پھر ہم کچھ نہیں کر سکتے، ہم صرف دعائیں کر سکتے ہیں. ہم نے ان کے ساتھ مخالفت نہیں کرنی، ان کو کچھ نہیں کہنا، لیکن بات یہ ہے کہ وہ پھر ان کی اپنی مرضی ہے. جزاک اللہ، آپ نے بہت میسج تھا ان کے لیے بھی ہے کیونکہ وہ بھی تو احمدی ہے نا. نہیں، جیسے بڑے بھائی بہنوں کو سمجھاتے ہیں، میں نے آپ کی بات کو مائنڈ نہیں کیا. یہ نصیحتیں انسان کی زندگی کے لیے اس کی مشعل راہ ہوتی ہیں، لیکن میں نے اپنی آپ کو کلیریفیکیشن دے دی ہے کہ میں صرف ٹروتھ سرچر باجی کو دیکھ کے یہاں آئی تھی اور میں نے ان سے ہی بات کرنی تھی. جزاک اللہ ہوسٹ بھائی کا کہ انہوں نے مجھے موقع دیا. جی جی اللہ آپ کی اپنی براد ہے کوئی بندی آپ. السلام علیکم ورحمۃ اللہ وبرکاتہ. وعلیکم السلام ورحمۃ اللہ وبرکاتہ. وعلیکم السلام ورحمۃ اللہ وبرکاتہ. جزاک اللہ. چلے گئے کہ وہ ہیں ادھر؟ جی وہ چلے گئے ہیں بس تو بھائی. ہیں ٹروتھ سرچر صاحبہ ہیں کہ وہ چلے گئی ہیں؟ نہیں ان کی والدہ بس ٹھیک ہے یار، وہ ان کی مرضی ہے. باقی ہمارے دوست آئے ہیں، ڈاکٹر صاحب آئے ہاں ہیں، بہرحال وہ ٹھیک ہے جو بھی ہے. جی میں بھی سادی سی فکر بات بھائی کرنا آئے چاہوں ہیں. گا جی جمیل صاحب کی بات کے حوالے سے. ڈاکٹر صاحب سے بات سنیں ڈاکٹر صاحب کی. جی جی ڈاکٹر صاحب. جمیل بھائی کی بات ایک جو سن کے آیا ہوں یہاں پر، صرف یہ عرض کرنی چاہوں گا کہ اسلام میں اللہ تعالیٰ نے جس چیز کی اجازت دی ہے وہ صرف یہ ہے کہ آپ خواتین اگر ہیں، عالمہ ہیں، تو وہ لیکچر دیں. کوئی علم کی بات ہے تو وہ کریں، وہ MT پر بھی ہوتی ہے، لیکن مکالمہ کرنے کی، مباحثہ، مناظرہ یا بحث کرنے کی اجازت نہیں ہے، فائدہ نہیں ہے، نہ کہ تک بنتا ہے. اگر آپ کی اپنی بھی کوئی براڈ ہے، کوئی بندہ آتا ہے سوال کرتا ہے، جواب دیں، فارغ کریں. آپ کے اپنے علم کی کوئی بات ہے، بیان کریں، تقریر کریں، وعظ کریں، ختم کریں. کل یہ بات ہے، میکسیمم اس حد تک اجازت ہے. حضرت عائشہ کے متعلق بھی رسول کریم صلی اللہ علیہ وسلم نے فرمایا کہ جس نے آدھا دین سیکھنا ہے وہ عائشہ سے سیکھے، یعنی اجازت دی اپنی بیوی کو بھی کہ مردوں کو لیکچر دیں، سوال ہے جواب دیں، ختم. کوئی بحث ذہن میں ہے کرنے کی ضرورت نہیں، عورتیں آپس میں ڈسکشن کریں، دیٹس فائن. انٹریکٹ کرنے کی ضرورت نہیں ہے. یو کین گیو لیکچرز، یو کین گیو ایڈریسز، ٹھیک ہے، اس سے زیادہ کچھ نہیں ہے. تو جمیل بھائی کی بات بہت اچھی ہے. میں صرف تھوڑا سا اس بات کو تھوڑا سا ذرا انہی کی گفتگو کو آگے بڑھاتے ہوئے تھوڑا سا وتھ بھی دینا چاہ رہا تھا کہ کم از کم اس حد تک جہاں تک اسلام میں اجازت ہے بس وہیں تک ہے. تو خدا را اپنی براڈ اگر آپ خواتین بہنیں لگاتی ہیں لگائیے، مگر صرف اس حد تک، ٹھیک ہے. جزاکم اللہ. ماشاء اللہ جی، ماشاء اللہ. ڈاکٹر صاحب جی ٹروتھ سیکر بھائی بات کریں گے آپ؟ جی السلام علیکم ورحمۃ اللہ. جی حبیب اللہ بھائی کیا حال ہے؟ آواز نہیں آ رہی میری؟ بھائی آ رہی ہے لیکن بولتا کوئی نہیں نا تھوڑی واسطے پہ. جی جی السلام علیکم ورحمۃ اللہ وبرکاتہ. وعلیکم السلام. منصور بھائی کیا حال ہے؟ ٹھیک ٹھاک ہیں؟ بہت شکر الحمد للہ. اور کیا چل رہا ہے؟ جی سب ٹھیک ٹھاک. آپ سنائیں کیا حال ہے؟ بہت دیر بعد حال ہے. بس میں نے میں کہا اصل میں پچھلا ویک ویسے ہی میں یہاں پہ نہیں تھا، جرمنی تھا. بیچ بیچ میں آتا رہا ہوں تھوڑا بہت، تو وہ مصروفیت تھی. پھر ہفتے ساری ویکینڈ تھا، کام کیا تھوڑا سا. اب اپنی روٹین پہ آہستہ آہستہ آ رہے ہیں، صحیح ٹک ٹاک کی روٹین پہ. آنا چاہیے جی دل. اور کیا گفتگو چل رہی تھی؟ گفتگو یہی آیا ہوں زیادہ. تھوڑی ہلکی پھلکی بات ہو رہی. اچھا سر.
वो मलक साहब आए, वो यूसफी आया हुआ था, कह रहा था कि आप गालियाँ देते ही है, वो बस जो इल्ज़ाम लगाते हैं लोग। यूसफी से वो आप वो मस्जिद का इमाम आ? पता लगता तो ऐसे ही है। वो क्या ਉਹਦਾ ਇਹ ਹਾਲ ਮੈਂ ਕੌਣ ਮੁਖਾ पता नहीं क्यों लोग दूसरे की उंगलियां चुकते थे पहले अपने आप को तो ठीक करें। जी जी सब तो मैं ये समझदा तार भाई के ਜਿਹੜੀ ਹੈ ਨਾ ਸਭ ਤੋਂ ਜ਼ਿਆਦਾ ਅਹਿਮ ਚੀਜ਼ ਜਿਹੜੀ ਉਹ ਇਨਸਾਨ ਨੂੰ ਹਰ ਸ਼ਖਸ ਨੂੰ ਬਜਾਏ ਕਿਸੇ ਤੇ ਉਂਗਲੀ ਚੁੱਕਣ ਦੇ ਆਪਣੇ ਆਪ ਦੇ ਅੰਦਰ ਤਬਦੀਲੀ ਲੈ ਕੇ ਆਵੇ। ਬਸ ਮੈਨੂੰ ਆਪਣੇ ਅੰਦਰ ਤਬਦੀਲੀ ਲਿਆਉਣੀ ਚਾਹੀਦੀ, ਨਾ ਕਿ ਮੈਂ ਦੂਸਰਿਆਂ ਵੱਲ ਵੇਖਾਂ ਕਿ ਉਹ ਕੀ ਕਰ ਰਹੇ ਨੇ। ਬਿਲਕੁਲ। ਜਦੋਂ ਖੁਦਾ ਤਾਲਾ ਨੇ ਹਿਸਾਬ ਵੀ ਮੇਰਾ ਲੈਣਾ ਤੇ ਮੈਂ ਦੂਸਰਿਆਂ ਦੀਆਂ ਸਫਾਈ ਨਾ ਤੇ ਸਫਾਈ ਮੈਂ ਨਾ ਕਿਸੇ ਦੀ ਸਫਾਈ ਦੇਣ ਦੇ ਹੱਕ 'ਚ, ਨਾ ਕਿਸੇ ਨੂੰ ਡਿਫੈਂਡ ਕਰਨ ਦੇ ਹੱਕ 'ਚ। जी बिल्कुल सही बात है आपकी, बहुत अच्छी बात है। कैसे हैं साहब भाई, ठीक ठाक हैं? जी ठीक ठाक, आप सुनाएं जी टूरी भाई, क्या हाल चाल? अल्हम्दुलिल्लाह जी ठीक ठाक, अल्लाह का शुक्र है। नया साल मुबारक हो सबको। खैर मुबारक जी, आपको भी बहुत बहुत मुबारक। अल्लाह ताला खैर और बरकत वाला बनाए सबके लिए। जी जी किताब ਉਹਦੇ ਗਲੇ 'ਚ ਲਟਕਾ ਦਿੱਤੀ ਜਾਣੀ। ये क्या बोले हैं? जी मंसूर भाई, वो जिसके जो माल आवाज नहीं आ रही, कट रही है आवाज कट रही है। अब सही है, बोले आप। नहीं मेरे सिग्नल वो मैंने कहा वो बात ये है कि हर एक ने जो जिसके जो माल होने हैं उसके मुताबिक उसके जो मालनामे की किताब है उसके गले में लटका दी जानी है कि ये आपके माल है। हम हिसाब किताब लेते रहे भी, तुमने ऐसे क्यों किया, तुमको ऐसे करना चाहिए। बस दुआ करने मैं के तो ये मजाल समझता है हूँ ना। कि हाँ ये जो करने वाली चीज़ है वो बस उतनी ही करनी चाहिए, ना मेरा नहीं ख्याल कि उससे ज़्यादा करनी चाहिए। हाँ किसी को आसान तरीके से जो है किसी को अगर आप कुछ चीज़ समझाना चाहते हैं, और मैं समझता हूँ तरीका ये है कि आप किसी को कोई बात किसी तक अपनी पहुँचाना चाहते हैं तो तरीका ही आसान होना चाहिए। और उसके बाद ये नहीं है कि भाई हिसाब किताब लेते रहे, मैंने तो तुम्हें ऐसे बताया था तो तुमने ऐसा किया क्यों नहीं। नहीं मैं नहीं इन चीज़ों के हक में वो बातों से नहीं मानते। कौन सा लातों का भूत है जनाब? माशाल्लाह मौली साहब पहले तो पता करो लत्ता भूत केड़े ने। मैं मिसाल दी है ना। जी जी अब मिसालें तो बहुत सारी है। नहीं जेड़ा भूत है उन्हें पता आ जाएगा मैं भूत हाँ। तो लेकिन पहले तो मिसाल करे बात। हाँ, असल में जो कुछ मैंने लर्न किया है ना ये कुछ दिनों से, वो ये है कि जो हमारे गैर अहमदी लोग हैं वो अहमदी बहनों को अपनी बहनों से कई गुना ज़्यादा इज्जत देते हैं, और वो कहते हैं कि अगर हम आपके बाप को गाली देते हैं या आपकी किसी अकाबर या वली या पीर को, तो उसको पोस्टपोन कर देंगे। आप जब भी हमारे घर तशरीफ़ लाएं हम आपके लिए रेड कारपेट, और हमारी जो बहनें हैं वो भी इस बात को तस्लीम करती हैं कि उनके जो गैर अहमदी भाई हैं
वो इस कदर इज़्ज़त करते हैं कि वो उनके वालदैन, उनके वली, उनके अकाबर उनको गालियां देना कुछ अरसे के लिए बंद कर देते हैं। वो कहते हैं कि हम ठीक आधे घंटे बाद दे लेंगे या 1 घंटे के बाद, लेकिन आप क्योंकि हमारी प्यारी बहन है, आप आई हैं हमारे घर में, तो इसलिए आप और आपके लिए हमारे पास रेड कारपेट है और हम इसको तस्वीर अगर कोई लगाई हो ऐसी तो वो भी उतार लेते हैं। अगर कोई वो तंजिया गुफ्तगू कर रहे हैं तो उसको भी रोक लेते हैं। और इसको अहमदी बहनें बिल्कुल उसको कबूल भी करती हैं और उसको मानती भी हैं कि किस कदर अच्छे गैर अहमदी भाई हैं। और दूसरा जो मामला है वो मैंने देखा है कि हमारे एक आलम हैं दोस्त गैर अहमदी पीर असकानी साहब, उनके बारे में बाज़ जोहला इंतहाई गंदी ज़बान इस्तेमाल कर रहे हैं, मुसलसल उनको गाली गलोच। जी जी बिल्कुल। और कोई भी जो गैर अहमदी वो उस बारे में बात नहीं कर रहा, खामोश हैं इसके ऊपर। हालांकि एक आलम बंदा अहदीस, कुरान करीम और बड़ी क्लैरिटी है उनकी सोच में। मैं उनको कई लंबे अरसे से जानता हूँ। मैं माजरत करता हूँ, कुछ अहमदी दोस्त भी इससे नाराज़ होंगे कि क्यों उनके हक़ में बात कर रहा हूँ, लेकिन आप यकीन करें वो आप डिफरेंट पॉइंट ऑफ व्यू रख सकते हैं उनके साथ, लेकिन उनको उनके साथ जो बदतमीज़ी लोग कर रहे हैं या जो गंदे लोग हैं उनके पास आने का इल्म नहीं है। इंतहाई गलाजत और उनकी ज़ात के बारे में वो वीडियोस देखी हैं जो कि नाकाबिले यकीन हद तक गंदी हैं और कोई बंदा आवाज़ नहीं उसके बारे में बुलंद कर। मौलवी साहब मैं बात करना चाहता हूँ। बात यह है कि मकाफात अमल होता है। जो पीर साहब हैं वो अपनी ब्रॉड पे बैठा के जब दूसरे उनके ही जो भाई है बकवासियात करते हैं वो उनको ना तो वो मना करते हैं ना कुछ। वो मेरे बाप के साथ जी आपकी आवाज़ कट गई है भाई। मैंने ये बता रहा हूँ कि जो वो पीर असकानी है वो उमर बाब के साथ मिलके हजरत मसीह मौद अलैहिस्सलाम के खिलाफ बहुत ज्यादा बकवासियात करता है वहां पे अपनी ब्लॉग पे, और मैं 2-3 दफा वहां पे लिखा भी है और मुझे उन्होंने ब्लॉक कर दिया। तो आप कैसे उस बंदे की जो वो हजरत मसीह मौद से आगे हो गए नौज़बिल्ला? बिल्कुल मैं एग्री हूं तूर भाई आपके साथ, क्योंकि जो बंदा वहां पे मैंने खुद उसको सुना है कि बकवासियात करवाता है और ऐसे ऐसे अल्फाज करता है। ठीक है, आपकी अगर मौलवी आपको माइंड लगेगा, अगर आपकी उनके साथ दोस्ती है 40 साल की या 25 साल की, तो आई डोंट केयर। ठीक है जी, जो हम हमारे मसीह मौद हज़रत मसीह मौद के खिलाफ बकवास करेगा हम उसके खिलाफ बात करेंगे इंशाअल्लाह ताला। खिलाफ बात करना और डिफरेंट पॉइंट ऑफ व्यू रखना, मैं उसकी बात नहीं कर रहा। मेरी बात लगता है आप नहीं समझे। मैं आपकी बात सॉरी से मैं आपकी बात समझा। वो गंदी एक मिनट जो मौलवी साहब बात और कर रहे मैं हैं उनके बिल्कुल साथ ठीक बात कर रहे हैं। इतने लंबे अरसे से हूँ। जी वो बात ये कर रहे हैं कि वो अखलाकियात का दरस दे रहे हैं, लेकिन वहाँ पे उनके अखलाकियात कहाँ पे जाते हैं, वो ये बात कर रहे हैं। मौलवी साहब मैं ठीक समझा? मैंने वैसे उनको देखा है, वो गालीबाजों को रोकते हैं, वो कहते हैं कि ना दिया करें गाली। हाँ नहीं वो गाली को नहीं, लेकिन मैंने अपना मौलवी साहब वो भी उनका थोड़ा सा अजीब सा है। वो कहते हैं उनका कहते हैं कि मसीह मौद की अहानत करते हैं, वो कहाँ जाती है उसकी समझ नहीं आती आपको? नहीं, अहानत जब भी करेंगे तो उसके बारे में ज़रूर हम बात करेंगे, लेकिन जो गलीज़ तरीन लोग एक पूरी एक टीम बन के उनका जो घर और उनकी फैमिली और उनकी ज़ात के बारे में जो गंद बक रहे हैं, मैं समझता हूँ कि उसके बारे में आवाज़ बुलंद होनी चाहिए और ये इनकरेज करेगा दूसरे लोगों को भी कि वो गाली से परहेज़ करेंगे। वो बात ये है कि मौलवी साहब गल है कि ताली एक हथ नहीं बजदी। मैंने एक जगह पे गुफ्तगू खुद सुनी है शार्प शूटर और उनके दरमियान, बजाय ये कि वो एक अगर अच्छे नॉलेज रखने वाले हैं तो मैं समझता था कि शायद वो प्रोड छोड़ दें, लेकिन नहीं, क्योंकि वो मुकाबला कर रहे थे
اور وہ ٹھیک ہے کہ کسی انسان کے بھی قاری صاحب کی نہیں، میں تو سمجھتا ہوں کسی کے متعلق بھی کوئی غیر مناسب الفاظ جب یوز کیے جاتے تو اچھے نہیں ہیں، لیکن کیونکہ وہ خود بھی اس کنورسیشن میں 4 دن پہلے کی بات بتاتا ہوں، ایک بندے نے حضرت مسیح موعود علیہ السلام کے خلاف بکواس کی ان کی براڈ پہ، اور اس بندے کو انہوں نے منع نہیں کیا، اور جب ایک احمدی نے وہاں پہ بات کرنی کی اس کو پیر اسکانی کو، اس نے کہا اور